ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਵਰਿੰਦਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ। ਸੰਸਾਰ ਭਰ ਦੀਆਂ ਖਬਰਾਂ ਦੇ ਨਾਲ ਅੱਜ ਤੁਹਾਨੂੰ ਅਸੀਂ ਰੂਬਰੂ ਕਰਨ ਲੱਗੇ ਹਾਂ। ਗੱਲ ਕਰਾਂਗੇ ਭਾਰਤ 'ਚ ਕੈਸ਼ਲੈਸ ਇਕਨੋਮੀ ਦੇ ਸੁਪਨੇ ਨੂੰ ਕਿਉਂ ਲੱਗਾ ਗ੍ਰਹਿਣ। ਭਾਰਤ ਦੇ ਵਿੱਚ ਕਈ ਰਾਜਾਂ ਦੇ ਵਿੱਚ ਵੋਟਾਂ ਹੋ ਕੇ ਹਟੀਆਂ ਆ, ਉਹਨਾਂ ਦੇ ਬਾਰੇ ਵੀ ਚਰਚਾ ਕਰਾਂਗੇ। ਹੋਰ ਵੀ ਦੇਸ਼ ਵਿਦੇਸ਼ ਦੀਆਂ ਜੋ ਤਾਜ਼ਾ ਹਾਲਾਤ ਨੇ ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਓ ਸਵਾਗਤ ਕਰਦੇ ਹਾਂ ਸਰਦਾਰ MP ਸਿੰਘ ਜੀ ਦਾ, ਜਿਹੜੇ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਆਪਣਾ ਕੀਮਤੀ ਟਾਈਮ ਕੱਢਦੇ ਆ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਭਿੰਡਰ ਸਾਹਿਬ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਦਾ ਦੌਰ ਇੱਥੋਂ ਸ਼ੁਰੂ ਕਰ ਲੈਂਦੇ ਕਿ ਭਾਰਤ 'ਚ ਕੈਸ਼ਲੈਸ ਇਕਨੋਮੀ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇਹਦੇ ਸੁਪਨਿਆਂ ਨੂੰ ਕਿਉਂ ਗ੍ਰਹਿਣ ਲੱਗ ਗਿਆ? ਇਹ ਬਹੁਤ ਵੱਡਾ ਮਸਲਾ ਚੱਲ ਰਿਹਾ ਜੀ ਭਾਰਤ ਦੇ ਵਿੱਚ। ਥੋੜਾ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਜਾਣਨਾ ਪਊ। ਭਿੰਡਰ ਸਾਹਿਬ, ਸੁਪਨੇ ਲੈਣੇ ਮਾੜੀ ਗੱਲ ਨਹੀਂ ਹੈ ਜੀ। ਜਦੋਂ 2018 ਦੇ ਵਿੱਚ ਅਚਨਚੇਤੀ ਰਾਤ ਨੂੰ 8 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਕਿਹਾ, बहनों और भाइयों, अब से 4 घंटे बाद रात को 12 बजे के बाद ये नोट बंद हो जाएंगे। ਉਹ ਨੋਟ ਬੰਦ ਕਰਨ ਦੇ ਪਿੱਛੇ, ਜਿਹਨੂੰ ਅਸੀਂ ਨੋਟਬੰਦੀ ਕਹਿੰਦੇ ਹਾਂ, ਬੰਦ ਕਰਨ ਦੇ ਪਿੱਛੇ ਜਿਹੜੀ ਭਾਵਨਾ ਉਹਨਾਂ ਨੇ ਜ਼ਾਹਰ ਕੀਤੀ ਸੀ ਉਹ ਇਹ ਸੀਗੀ ਕਿ ਦੇਸ਼ ਦੇ ਵਿੱਚ ਬਹੁਤ ਸਾਰੀ ਇਹੋ ਜਿਹੀ ਫੇਕ ਕਰੰਸੀ ਤੁਰੀ ਫਿਰਦੀ ਆ ਜਿਹਦੇ ਨਾਲ ਹਥਿਆਰਾਂ ਦਾ ਤੇ ਨਸ਼ਿਆਂ ਦਾ ਵਪਾਰ ਹੋ ਰਿਹਾ। ਅਸੀਂ ਇਸ ਗੱਲ ਤੇ ਕਾਬੂ ਪਾਉਣਾ ਚਾਹੁੰਦੇ ਹਾਂ। ਉਹਨਾਂ ਨੇ 500 ਵਾਲੇ ਨੋਟ ਤੇ 1000 ਵਾਲੇ ਨੋਟ ਜਿਹੜੇ ਸੀ ਉਹ ਬੰਦ ਕਰਤੇ। ਉਸ ਤੋਂ ਬਾਅਦ ਹਫੜਾ ਦਫੜੀ ਮਚ ਗਈ। ਲੋਕਾਂ ਨੂੰ ਟਾਈਮ ਦਿੱਤਾ ਗਿਆ ਕਿ ਤੁਸੀਂ ਜਿਹੜੇ ਕੋਲ ਪੈਸੇ ਹੈਗੇ ਉਹ ਜਮ੍ਹਾਂ ਕਰਾ ਲਓ। ਠੀਕ ਹੈ ਜੀ। ਉਹਨਾਂ ਨੇ ਜੋ ਜਮ੍ਹਾਂ ਕਰਾਉਣ ਲਈ ਜਾਂ ਉਸ ਤੋਂ ਬਾਅਦ ਕਢਵਾਉਣ ਦੇ ਲਈ ਜਿੰਨੀਆਂ ਲੰਬੀਆਂ ਲਾਈਨਾਂ ਉੱਥੇ ਲੱਗੀਆਂ, ਜਿੰਨੇ ਲੋਕ ਪਰੇਸ਼ਾਨ ਹੋਏ ਆ, ਉਹਦਾ ਜਦੋਂ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਕੀ ਹੋ ਰਿਹਾ ਸਾਰਾ ਕੁਝ, ਤਾਂ ਉਹਨੇ ਕਿਹਾ ਕਿ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਲੋਕੀ ਕਰੰਸੀ ਦੀ ਵਰਤੋਂ ਹੀ ਨਾ ਕਰਨ, ਕੈਸ਼ਲੈਸ ਕੰਟਰੀ ਹੋਵੇ, ਕੈਸ਼ਲੈਸ ਇਕੋਨਮੀ ਹੋਵੇ ਸਾਡੀ। ਆਪਾਂ ਹੁਣ ਕੈਨੇਡਾ 'ਚ ਬੈਠੇ ਜੀ, ਅਸੀਂ ਵੀ ਲੋਕ ਕੈਸ਼ਲੈਸ ਜਿਹੜੀ ਆ ਇਕੋਨਮੀ ਵੱਲ ਨੂੰ ਵਧ ਰਹੇ ਆ। ਦੇਖਦੇ ਆ ਕਿਸੇ ਦਾ ਪਰਸ ਦੇਖਦੇ ਆ ਵਿੱਚ $5 ਵੀ ਨਹੀਂ ਹੁੰਦੇ, 5 ਵੀ ਨਹੀਂ ਹੁੰਦੇ, ਬਹੁਤੇ ਕਾਰਡ ਹੁੰਦੇ, ਕ੍ਰੈਡਿਟ ਕਾਰਡ ਹੁੰਦੇ, ਡੈਬਿਟ ਕਾਰਡ। ਠੀਕ ਹੈ ਜੀ। ਸੋ ਇਹ ਗੱਲ ਵੈਸੇ ਉਂਝ ਦੇਖਣ ਨੂੰ ਸੁਣਨ ਨੂੰ ਬਹੁਤ ਚੰਗੀ ਲੱਗਦੀ ਆ, ਪਰ ਇਹਨੂੰ ਲਾਗੂ ਕਰਨ ਵਾਸਤੇ ਕਿੰਨੀ ਕੁ ਇਮਾਨਦਾਰੀ ਆ ਉਹ ਹੋਣੀ, ਉਹਦੇ ਵੱਲ ਧਿਆਨ ਦੇਣਾ ਜਾਂ ਉਹਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ, ਜਾਂ ਉਹਦੀ ਪਲੈਨਿੰਗ ਕਰਨੀ। ਬਿਨਾਂ ਕੋਈ ਪਲੈਨਿੰਗ ਕੀਤਿਆਂ ਨੋਟਬੰਦੀ ਕਰਤੀ ਗਈ, ਬਿਨਾਂ ਕੋਈ ਪਲੈਨਿੰਗ ਕੀਤਿਆਂ ਲੋਕਾਂ ਨੂੰ ਕੈਸ਼ਲੈਸ ਇਕੋਨਮੀ ਵੱਲ ਦਾ ਸੁਪਨਾ ਦਿੱਤਾ ਗਿਆ ਕਿ ਅਸੀਂ ਕੀ ਤਾਂ ਕਰ ਦਾਂਗੇ। ਕਿਵੇਂ ਪੋਸੀਬਲ ਆ? ਉੱਥੇ ਇੱਕ ਬੂਟ ਪਾਲਿਸ਼ ਕਰਨ ਵਾਲਾ ਜਿਹੜਾ ਉਹ ਬੋਰੀ ਤੇ ਬੈਠ ਕੇ ਸੜਕ ਦੇ ਕੰਢੇ ਲੋਕਾਂ ਦੀ ਸੇਵਾ ਕਰਦਾ, ਛੋਟੀ ਜਿਹੀ ਰੇਹੜੀ ਆ ਉੱਥੇ ਮੂੰਗਫਲੀ ਵੇਚਦਾ, ਉੱਥੇ ਤੁਹਾਨੂੰ ਲੱਗਦਾ ਕਿ ਕੈਸ਼ਲੈਸ ਇਕੋਨਮੀ ਕੰਮ ਕਰ ਸਕਦੀ? ਉੱਥੇ ਤਾਂ ਅਗਲਾ ਕਹਿੰਦਾ ਜੀ 5 ਰੁਪਏ 10 ਰੁਪਏ ਤੁਸੀਂ ਕੋਈ ਚੀਜ਼ ਲੈਣੀ ਹੈ ਮੇਰੇ ਕੋਲੋਂ ਤੇ ਮੈਨੂੰ ਤਾਂ ਕੈਸ਼ ਦਿਓ, ਕ੍ਰੈਡਿਟ ਕਾਰਡ ਕਿੱਦਾਂ ਲੈ ਲਏਗਾ? ਸਬਜ਼ੀਆਂ ਦੀਆਂ ਰੇਹੜੀਆਂ ਹੈਗੀਆਂ ਜਾਂ ਛੋਟੇ ਹੋਰ ਦੁਕਾਨਦਾਰ ਹੈਗੇ ਆ ਜਿਨ੍ਹਾਂ ਦਾ ਕਾਰੋਬਾਰ ਬਹੁਤ ਛੋਟੇ ਪੱਧਰ ਦਾ, ਪੂੰਜੀ ਬਹੁਤ ਥੋੜ੍ਹੀ ਹੈਗੀ ਹੈ, ਛੋਟੀ ਦੁਕਾਨਦਾਰੀ ਜਾਂ ਛੋਟਾ ਵਪਾਰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੈਗਾ ਵਾ। ਉੱਥੇ ਕੈਸ਼ਲੈਸ ਇਕੋਨਮੀ ਦਾ ਸੁਪਨਾ ਲੈਣਾ ਹੀ ਬੇਵਕੂਫੀ ਹੈ। ਹੁਣ ਹੋਇਆ ਕੀ? 2018 ਤੋਂ ਲੈ ਕੇ ਤਕਰੀਬਨ 3.5 ਸਾਲ ਹੋ ਚੱਲੇ ਜਦੋਂ ਇਹ ਨਾਅਰਾ ਦਿੱਤਾ ਗਿਆ ਸੀ ਕਿ ਅਸੀਂ ਕੈਸ਼ਲੈਸ ਇਕੋਨਮੀ ਜਿਹੜੀ ਆ ਉਹ ਕੰਟਰੀ 'ਚ ਕਰ ਦਿਆਂਗੇ। ਪਰ ਵੇਖਣ ਵਿੱਚ ਕੀ ਆਇਆ ਕਿ ਜਿੰਨਾ ਕੈਸ਼ ਟ੍ਰਾਂਜੈਕਸ਼ਨ ਹੁਣ ਹੋ ਰਹੀ ਆ ਇੰਡੀਆ ਦੇ ਬੈਂਕਾਂ ਦੇ ਵਿੱਚ, ਉਹ ਇੰਨੀ ਪਹਿਲਾਂ ਕਦੀ ਨਹੀਂ ਹੋਈ। ਇਹਦੇ ਪਿੱਛੇ 2 ਕਾਰਨ। ਫੌਰੀ ਕਾਰਨ ਤਾਂ ਕਰੋਨਾ ਦਾ ਕਹਿ ਸਕਦੇ ਹਾਂ ਕਿ ਕਰੋਨਾ ਦੇ ਬਈ ਜਦੋਂ ਇਹ ਜਿਹੜੀ ਮਹਾਂਮਾਰੀ ਚਾਰੇ ਪਾਸੋਂ ਸਾਰੀ ਦੁਨੀਆ ਨੂੰ ਉਹਨਾਂ ਨੇ ਘੇਰ ਰੱਖਿਆ, ਆਪਣੀ ਜਕੜ 'ਚ ਲੈ ਰੱਖਿਆ, ਤੇ ਲੋਕਾਂ ਦੇ ਵਿੱਚ ਇੱਕ ਅਜਿਹੀ ਜਿਹੜੀ ਅਸੁਰੱਖਿਅਤ ਦੀ ਭਾਵਨਾ ਬਣ ਗਈ। ਆਪਣੇ ਆਪ ਲੋਕੀ ਅਨਸੇਫ ਮਹਿਸੂਸ ਕਰਦੇ ਆ ਤੇ ਉਹ ਇਹ ਮਹਿਸੂਸ ਕਰਦੇ ਕਿ ਕੱਲ੍ਹ ਨੂੰ ਪਤਾ ਨਹੀਂ ਕੀ ਹੋਣਾ, ਪੈਸੇ 4 ਲਿਆ ਕੇ ਘਰ ਰੱਖ ਲਓ। ਜਿੰਨੇ ਵੀ ਅਗਲੇ ਕੋਲ ਹੁੰਦੇ ਉਹ ਲਿਆ ਕੇ ਰੱਖ ਲੈਂਦਾ ਹੈਗਾ। ਉਹ ਕਹਿੰਦੇ ਵੀ ਚਲੋ ਜਦੋਂ ਲੋੜ ਹੋਊਗੀ ਕੈਸ਼ ਖਰਚ ਲਵਾਂਗੇ, ਤੇ ਪਤਾ ਨਹੀਂ ਬੈਂਕ ਕੱਲ੍ਹ ਨੂੰ ਖੁੱਲ੍ਹਣੇ ਕਿ ਨਹੀਂ ਖੁੱਲ੍ਹਣੇ, ਪਤਾ ਨਹੀਂ ਬੈਂਕਾਂ ਦੇ ATM 'ਚ ਪੈਸੇ ਹੋਣੇ ਕਿ ਨਹੀਂ ਹੋਣੇ। ਠੀਕ ਹੈ, ਇੱਕ ਟ੍ਰਾਂਜੈਕਸ਼ਨ ਦਾ ਤਾਂ ਕਾਰਨ ਇਹ ਆ। ਦੂਜਾ ਜਿਹੜਾ ਕਾਰਨ ਵੱਡਾ ਜਿਹੜਾ ਉਹ ਇਹ ਹੈ ਕਿ ਲੋਕਾਂ ਦਾ ਬੈਂਕਿੰਗ ਸਿਸਟਮ ਦੇ ਉੱਤੇ ਯਕੀਨ ਹੀ ਨਹੀਂ ਰਹਿ ਗਿਆ। ਕਦੀ ਬੈਂਕਾਂ ਨੂੰ ਜਿਹੜਾ ਸੀ ਉਹ ਡੀਨੈਸ਼ਨਲਾਈਜ਼ ਕਰਨ ਦੀ ਗੱਲ, ਬੈਂਕਾਂ ਨੂੰ ਮਰਜ ਕਰਨ ਦੀ ਗੱਲ, ਬੈਂਕਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਗੱਲ, ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਆ ਉਹ ਇਹ ਭਾਵਨਾ ਚਲੇਗੀ ਕਿ ਪਤਾ ਨਹੀਂ ਦੇਸ਼ ਦੀ ਇਕੋਨਮੀ ਦਾ ਕੀ ਬਣਨਾ। ਰਾਤੋਂ ਰਾਤ ਤਾਂ ਨੋਟ ਜ਼ੀਰੋ ਨਹੀਂ ਹੋ ਜਾਣਗੇ,
ਪਰ ਜੇ ਸਾਡੇ ਕੋਲ ਪੈਸੇ ਹੋਣਗੇ ਤੇ ਅਸੀਂ ਕੁਝ ਖਰਚ ਤਾਂ ਲਵਾਂਗੇ। ਬਹੁਤ ਸਾਰੇ ਲੋਕ ਜਿਹੜੇ ਆ, ਬਹੁਤ ਸਾਰੇ ਵੱਡੇ ਲੋਕ ਜਿਹੜੇ ਆ, ਉਹਨਾਂ ਬਾਰੇ ਬੀਜੇਪੀ ਦੇ ਇੱਕ ਸੀਨੀਅਰ ਆਗੂ ਡਾਕਟਰ ਸੁਬਰਾਮਨਿਅਮ ਸਵਾਮੀ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਜਿਹੜੇ ਵੱਡੇ ਲੋਕ ਸੀ, ਧਨਾੜ ਲੋਕ ਸੀਗੇ, ਉਹ ਆਪੋ ਆਪਣਾ ਕਾਰੋਬਾਰ ਸਮੇਟ ਕੇ ਵਿਦੇਸ਼ਾਂ ਨੂੰ ਜਾਣ ਲੱਗ ਪਏ ਆ। ਕੋਈ ਸਵਾਲ ਕਰ ਸਕਦੇ ਵਿਦੇਸ਼ਾਂ ਨੂੰ ਕਿਤੇ ਜਾਣ ਲੱਗ ਪਏ? ਫਲਾਈਟਾਂ ਤਾਂ ਬੰਦ ਆ, ਉਹਨਾਂ ਕੋਲ ਆਪਣੇ ਜਹਾਜ਼ ਆ, ਉਹ ਜਦੋਂ ਮਰਜ਼ੀ ਉਹਦੇ ਸਵਿਚ ਪੁਸ਼ ਕਰਦੇ ਆ ਤੇ ਉਹ ਜਹਾਜ਼ ਉਡਾ ਕੇ ਜਿੱਥੇ ਮਰਜ਼ੀ ਲੈ ਜਾਣ। ਔਰ ਉਹਨਾਂ ਵਾਸਤੇ ਪ੍ਰਾਈਵੇਟ ਜਿਹੜੇ ਆ 에ਅਰਪੋਰਟ ਹੈਗੇ ਆ ਦੂਜੇ ਪਾਸੇ ਵੀ, ਠੀਕ ਹੈ, ਉਹਨਾਂ ਨੂੰ ਕੋਈ ਉਸ ਕੰਟਰੀ ਦੇ ਸਰਕਾਰੀ 에ਅਰਪੋਰਟ ਤੇ ਜਾ ਕੇ ਉਤਰਨ ਦੀ ਵੀ ਗੱਲ ਨਹੀਂ ਹੈ। ਉਹ ਵਪਾਰੀਆਂ ਨਾਲ ਆਪਸ ਵਿੱਚ ਲਿੰਕ ਹੈਗੇ ਆ। ਤੇ ਹੁਣ ਤੁਸੀਂ ਦੇਖੋ ਅਮਰੀਕਾ ਦਾ ਇੱਕ ਰਾਸ਼ਟਰਪਤੀ ਜੀ ਬਿਲ ਕਲਿੰਟਨ, ਇਹਦਾ ਬਹੁਤ ਸਾਰਾ ਵੱਡਾ ਕਾਰੋਬਾਰ ਜਿਹੜਾ IT ਨਾਲ ਸੰਬੰਧਿਤ ਬੈਂਗਲੌਰ 'ਚ ਹੈ। ਤੇ ਇਹ ਹੁਣ ਸਾਬਕਾ ਰਾਸ਼ਟਰਪਤੀ ਹੈ, ਇਹ ਤਾਂ ਕਦੀ ਬੰਬੇ ਵਿੱਚ ਜਾਂ ਕਦੀ ਦਿੱਲੀ ਵਿੱਚ ਜਾ ਕੇ ਉਤਰਿਆ ਹੀ ਨਹੀਂ ਜੀ। ਉਹਨੇ ਆਪਣੇ ਪ੍ਰਾਈਵੇਟ ਜਹਾਜ਼ 'ਚ ਜਾਣਾ, ਸਿੱਧੇ ਬੈਂਗਲੌਰ ਜਾਣਾ, ਔਰ ਬੈਂਗਲੌਰ ਤੋਂ ਸਿੱਧੇ ਜਿਹੜੇ ਉਹ ਵਾਪਸ ਉਹਨੇ ਆਪਦੇ ਅਮਰੀਕਾ ਵਿੱਚ ਘਰ ਜਿੱਥੇ ਹੈਗਾ ਉਹਦਾ ਉੱਥੇ ਆ ਜਾਣਾ। ਉਹਨੂੰ ਕੀ ਲੋੜ ਹੈ ਕਿ ਉਹ ਟਿਕਟ ਲਵੇ ਦੀ ਮੈਂ ਵਾਇਆ ਐਮਸਟਰਡਮ ਜਾਣਾ ਕਿ ਵਾਇਆ ਜਰਮਨ ਜਾਣਾ ਕਿ ਵਾਇਆ ਫਰਾਂਸ ਜਾਣਾ, ਕੋਈ ਲੋੜ ਹੀ ਨਹੀਂ। ਠੀਕ ਹੈ ਜੀ। ਇਸੇ ਤਰ੍ਹਾਂ ਦੇ ਵੱਡੇ ਲੋਕ ਜਿਹੜੇ ਆ, ਉਹਨਾਂ ਨੇ ਦੇਸ਼ ਦੀ ਇਕੋਨਮੀ ਜਿਹੜੀ ਕੈਸ਼ਲੈਸ ਕਰਨ ਦੀ ਸਕੀਮ ਸੀ ਉਹ ਧਰੀ ਧਰਾਈ ਰਹਿਣ ਦਿੱਤੀ ਹੈ। ਔਰ ਸੁਪਨੇ, ਪਹਿਲੀ ਮੈਂ ਗੱਲ ਕਹੀ ਸੀ, ਸੁਪਨੇ ਲੈਣੇ ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੈ, ਪਰ ਜੇ ਕਿਸੇ ਸਕੀਮ ਨਾਲ, ਯੋਜਨਾ ਨਾਲ, ਕੋਈ ਸਮਝਦਾਰੀ ਨਾਲ, ਅਕਲ ਨਾਲ ਲਏ ਜਾਣ ਤਾਂ, ਜੇ ਕੋਈ ਸੁਪਨਾ ਮੰਨ ਲਓ ਕਿਸੇ ਨੂੰ ਆ ਵੀ ਗਿਆ ਕਿ ਮੈਂ ਕੱਲ ਨੂੰ ਜਿਹੜਾ ਜੀ ਉਹ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਣਾ ਜਾਂ ਮੇਰੀ ਕੱਲ ਨੂੰ ਕੋਈ ਬਹੁਤ ਵੱਡੀ ਅਚੀਵਮੈਂਟ ਹੋ ਜਾਣੀ, ਤਾਂ ਉਹਦੇ ਲਈ ਉਹਨੂੰ ਪਲੈਨਿੰਗ ਤਾਂ ਕਰਨੀ ਹੀ ਪਊ ਨਾ। ਇਹ ਤਾਂ ਨਹੀਂ ਕਿ ਸੁਪਨਾ ਆ ਗਿਆ ਕਿ ਕੱਲ ਨੂੰ ਮੈਂ ਜਿਹੜਾ ਕੋਈ ਬਹੁਤ ਦੇਸ਼ ਦਾ ਰਾਸ਼ਟਰਪਤੀ ਬਣ ਜਾਣਾ ਤੇ ਉਹ ਸੋਚਦਾ ਹੁਣ ਪਤਾ ਨਹੀਂ ਕਿਹੜੇ ਵੇਲੇ ਮੈਨੂੰ ਰਾਸ਼ਟਰਪਤੀ ਦੇ ਕਰਿੰਦਿਆਂ ਨੇ ਲੈਣ ਆ ਜਾਣਾ ਕਿ ਹਾਂ ਭਾਈ ਤੈਨੂੰ ਅਸੀਂ ਪਹਿਲਾ ਰਾਸ਼ਟਰਪਤੀ ਲਾਤਾ ਤੇ ਤੈਨੂੰ ਬਿਠਾਉਣਾ ਉਸ ਕੁਰਸੀ ਤੇ। ਉਹਨੂੰ ਕੋਸ਼ਿਸ਼ ਕਰਨੀ ਪਊਗੀ। ਜੇ ਕੋਈ ਬੰਦਾ ਸੋਚਦਾ ਜੀ ਮੈਂ ਡਾਕਟਰ ਬਣਨਾ, ਉਹ ਕੋਈ ਵੀ ਯੰਗ ਜਿਹੜਾ ਹੈਗਾ +2 ਹੈ ਜਾਂ ਉੱਥੇ ਕੋ ਸੋਚ ਰਿਹਾ, ਤੇ ਉਸ ਤੋਂ ਬਾਅਦ ਉਹਦੇ ਮਨ ਚ ਆਉਂਦਾ ਕਿ ਡਾਕਟਰ ਬਣਨਾ ਚਾਹੀਦਾ, ਤੇ ਉਹ ਡਾਕਟਰ ਆਪਣੇ ਆਪ ਥੋੜੀ ਬਣ ਜਾਣਾ, ਉਹਨੂੰ ਪੜ੍ਹਾਈ ਕਰਨੀ ਪਊਗੀ। ਸਾਡੇ ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਆ, ਉਹਨਾਂ ਨੇ ਇਹ ਸਹੁੰ ਖਾਧੀ ਆ ਕਿ ਸੁਪਨੇ ਹੀ ਲੈਣੇ ਆ, ਸਾਕਾਰ ਕਿਵੇਂ ਕਰਨੇ ਆ ਇਹ ਨਹੀਂ ਕਦੀ ਪਲਾਨ ਕੀਤਾ। ਇਹ ਦੇਸ਼ ਦੀ ਇਕੋਨਮੀ ਦਾ ਭੱਠਾ ਜਿਹੜਾ ਬੈਠ ਰਿਹਾ ਹੈਗਾ, ਉਹਦੇ ਵਿੱਚ ਸਭ ਤੋਂ ਮਾੜੀ ਗੱਲ ਜਿਹੜੀ ਹੈ ਕਿ ਜਦੋਂ ਤੁਸੀਂ ਫੈਸਲਾ ਕੀਤਾ ਸੀ ਕਿ ਦੇਸ਼ ਦੀ ਇਕੋਨਮੀ ਅਸੀਂ ਕੈਸ਼ਲੈਸ ਕਰ ਦਿਆਂਗੇ, ਜਿਹੜੀ ਮਨੀ ਸਰਕੂਲੇਸ਼ਨ ਜਿਹੜੀ ਘਟ ਜਾਊਗੀ, ਪੇਪਰ ਮਨੀ ਜਿਹੜੀ ਆ ਉਹ ਘਟ ਜਾਊਗੀ, ਪਲਾਸਟਿਕ ਮਨੀ ਸ਼ੁਰੂ ਹੋ ਜਾਊਗੀ, ਉਹ ਨਹੀਂ ਹੋਈ। ਇਹਦਾ ਨੋਟਬੰਦੀ ਦਾ ਦੂਜਾ ਵੱਡਾ ਨੁਕਸਾਨ ਹੋ ਗਿਆ ਜੀ। ਤੁਸੀਂ ਬਹੁਤ ਵੱਡਾ ਸਮਾਂ ਇਸ ਬੈਂਕਿੰਗ ਸੈਕਟਰ ਦੇ ਵਿੱਚ ਸੇਵਾ ਕੀਤੀ ਹੈ ਕਿ ਤੁਹਾਨੂੰ ਜ਼ਿਆਦਾ ਪਤਾ ਕਿ ਇਹ ਪੋਸੀਬਿਲਿਟੀ ਹੈ ਕਿ ਐਡੇ ਵੱਡੇ ਦੇਸ਼ ਦੇ ਵਿੱਚ ਜਿਹੜੀ 150 ਕਰੋੜ ਦੇ ਕਰੀਬ ਆ ਜਿਹੜੀ ਆਬਾਦੀ ਹੋ ਗਈ, ਜਿਹੜੀ ਕਿ ਕਾਗਜ਼ਾਂ ਦੇ ਵਿੱਚ ਆ, ਜਿਹੜੀ ਵੈਸੇ ਹੋ ਸਕਦਾ ਇੰਨੀ ਕੁ ਹੋਰ ਹੋਊਗੀ। ਠੀਕ ਹੈ। ਤੇ ਐਡੇ ਵੱਡੇ ਦੇਸ਼ ਦੇ ਵਿੱਚ ਆਪਾਂ ਇਹ ਸੁਪਨਾ ਜਿਹੜਾ ਲੈਣਾ ਇਹ ਜਾਇਜ਼ ਆ? ਬਸ ਤੁਹਾਡੇ ਸਿੱਧਾ ਕੁਐਸਚਨ। ਨਹੀਂ, ਨਜਾਇਜ਼ ਨਹੀਂ ਹੈ। ਜੇ ਮੈਂ ਪਹਿਲਾਂ ਗੱਲ ਕੀਤੀ ਆਪਦੀ ਪਹਿਲੇ ਸਵਾਲ ਦੀ, ਪੋਸੀਬਿਲਿਟੀ ਹੁੰਦੀ ਆ, ਪਰ ਜੇ ਸਮਝਦਾਰੀ ਵਰਤੀ ਜਾਵੇ। ਦੇ ਤੁਹਾਨੂੰ ਪਹਿਲਾਂ ਸਮਝਦਾਰੀ ਨਹੀਂ ਹੈ, ਪਤਾ ਹੀ ਨਹੀਂ ਹੈ ਕਿ ਇਹ ਸਾਰਾ ਕੁਝ ਕਿਵੇਂ ਲਾਗੂ ਕਰਨਾ, ਉਹਦੀ ਕੋਈ ਪਲੈਨਿੰਗ ਨਹੀਂ ਬਣਾਈ, ਕੋਈ ਘੜ ਤੇ ਨਹੀਂ ਘੜੀ, ਤੇ ਫਿਰ ਕਿਵੇਂ ਪੋਸੀਬਲ ਹੋ ਜਾਊ? ਫਿਰ ਤਾਂ ਤੁਸੀਂ ਬਸ ਕਾਗਜ਼ਾਂ 'ਚ ਰਹਿ ਜਾਣਾ ਸਾਰਾ ਕੁਝ। ਮੈਂ ਉਹੀ ਕਹਿੰਦਾ, ਪਲਾਸਟਿਕ ਮਨੀ ਪੂਰੀ ਦੁਨੀਆ ਦੇ ਵਿੱਚ ਕੰਮ ਕਰ ਰਹੀ ਹੈ। ਪੇਪਰ ਮਨੀ ਜਿਹੜੀ ਆ ਉਹ ਹੌਲੀ ਮਾਰਕੀਟ 'ਚੋਂ ਵਿਡਰਾ ਹੋ ਰਹੀ ਆ। ਪੇਪਰ ਮਨੀ ਜਿਹੜੀ ਆ ਉਹਦੇ ਤੇ ਲੋਕੀ ਟਰਸਟ ਨਹੀਂ ਕਰਦੇ, ਪਰ ਇੰਡੀਆ 'ਚ ਲੋਕੀ ਕਰਨਗੇ ਜੀ। ਉੱਥੇ ਉਹਨਾਂ ਦੀ ਮਜਬੂਰੀ ਹੈ ਪੇਪਰ ਮਨੀ ਜਿਹੜੀ ਯੂਜ਼ ਕਰਨੀ, ਜਾਂ ਜਿਹੋ ਜਿਹੇ ਉੱਥੇ ਸਰਕਾਰ ਦੇ ਕਾਰਨਾਮੇ ਆ, ਉਹ ਲੋਕਾਂ ਦੇ ਵਿੱਚ ਭਰੋਸਾ ਹੀ ਨਹੀਂ ਪੈਦਾ ਹੁੰਦਾ। ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ, ਜਿਵੇਂ ਆਪਾਂ ਪੰਜਾਬ ਦੀ ਗੱਲ ਕਰ ਲਈਏ, ਹਰਿਆਣਾ ਦੀ ਗੱਲ ਕਰ ਲਈਏ, ਹਿਮਾਚਲ ਦੀ ਗੱਲ ਕਰਦੇ, ਰਾਜਸਥਾਨ ਦੀ ਗੱਲ ਕਰਦੇ ਹਾਂ, ਉੱਥੇ ਸਰਕਾਰ ਦੇ ਮਤਲਬ ਸਟੇਟਸ ਗਵਰਨਮੈਂਟ ਦੀ ਗੱਲ ਕਰਦੇ ਤੇ ਉੱਥੇ ਦਾਰੋ ਮਦਾਰ ਮੁੱਖ ਮੰਤਰੀ ਦੇ ਹੱਥ ਵਿੱਚ ਹੁੰਦਾ। ਮੁੱਖ ਮੰਤਰੀ ਹੀ ਸਾਰੇ ਲੈਣ ਦੇਣ ਦਾ ਜ਼ਿੰਮੇਵਾਰ ਹੁੰਦਾ। ਪਰ ਇਸ ਦੇ ਉਲਟ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਤਾਂ ਉੱਥੇ ਹੋਲੀ ਸੋਲੀ ਚਾਰਜ ਆ ਜਿਹੜਾ ਉਹ ਰਾਜਪਾਲ ਨੂੰ ਮੰਨਿਆ ਜਾਂਦਾ। ਮੁੱਖ ਮੰਤਰੀ ਦਾ ਮਤਲਬ ਰਾਜਪਾਲ। ਕੀ ਕਹਿੰਦੇ ਆ ਤੁਸੀਂ ਇਹਦੇ ਬਾਰੇ? ਤੁਹਾਡਾ ਕੀ ਵਿਚਾਰ ਹੈ? ਇਸ ਦਾ ਮਤਲਬ ਕੀ ਹੈ? ਦੇਖੋ, ਸਵਾਲ ਬੜਾ ਵਾਜਿਬ ਹੈ, ਬੜਾ ਦਿਲਚਸਪ ਵੀ ਹੈ ਕਿ ਮੁੱਖ ਮੰਤਰੀ ਦਾ ਮਤਲਬ ਰਾਜਪਾਲ ਕੀ ਹੋਇਆ। ਦਿੱਲੀ
ਆਪਣੇ ਆਪ ਵਿੱਚ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜੀ। ਪਰ ਉੱਥੇ ਵੋਟਾਂ ਨਾਲ ਸਰਕਾਰ ਚੁਣੀ ਜਾਂਦੀ। ਬਿਲਕੁਲ। ਜਿਵੇਂ ਅੱਜ ਕੱਲ੍ਹ ਅਰਵਿੰਦ ਕੇਜਰੀਵਾਲ ਜੀ। ਤੀਸਰੀ ਵਾਰੀ ਦੀ ਟਰਮ ਜਿਹੜੀ ਆਪਦੀ ਉਹ ਨਿਭਾ ਰਿਹਾ ਹੈਗੇ। ਠੀਕ ਹੈ ਜੀ। ਪਰ ਇਹ ਗੱਲ ਜਦੋਂ ਵੀ ਸਰਕਾਰਾਂ ਪਹਿਲੀਆਂ ਸੀ, ਬੀਜੇਪੀ ਵੀ ਕਹਿੰਦੀ ਰਹੀ, ਕਾਂਗਰਸ ਵੀ ਕਹਿੰਦੀ ਰਹੀ, ਕੀਤਾ ਕਿਸੇ ਨੇ ਕੁਛ ਨਹੀਂ। ਉਹ ਕਹਿੰਦੇ ਰਹੇ ਕਿ ਦਿੱਲੀ ਨੂੰ ਅਸੀਂ ਪੂਰਨ ਰਾਜ ਦਾ ਦਰਜਾ ਦਿਆਂਗੇ, ਦਿੱਤਾ ਨਹੀਂ ਗਿਆ। ਕੇਜਰੀਵਾਲ ਨੂੰ ਵੀ ਇਸ ਗੱਲ ਦੀ ਤਕਲੀਫ ਹੁੰਦੀ ਸੀ ਕਿ ਮੈਨੂੰ ਛੋਟੀ ਮੋਟੀ ਗੱਲ ਜਿਹੜੀ ਆ ਉਹ ਗਵਰਨਰ ਦੀ ਰਜ਼ਾਮੰਦੀ ਦੇ ਨਾਲ ਹੀ ਕਰਨੀ ਪੈ ਰਹੀ। ਬਿਲਕੁਲ ਜੀ, ਬਿਲਕੁਲ। ਹੁਣ ਅਸੀਂ ਪਿਛਲਾ ਸਮਾਂ ਵੀ ਦੇਖੀਏ, ਜਦੋਂ ਨੋਟਬੰਦੀ ਦੀ ਗੱਲ ਕੀਤੀ ਗਈ ਹੈ, ਜਦੋਂ ਕਿਸਾਨੀ ਨਾਲ ਰਿਲੇਟਡ 3 ਜਿਹੜੇ ਕਾਨੂੰਨ ਪਾਸ ਕੀਤੇ ਗਏ ਆ, ਇਹ ਉਦੋਂ ਕੀਤੇ ਗਏ ਜਦੋਂ ਸਾਰੇ ਦੇਸ਼ 'ਚ ਅਫਰਾ ਤਫਰੀ ਮਚੀ ਹੋਈ ਸੀ, ਕਰੋਨਾ ਦਾ ਕਹਿਰ ਸੀਗਾ। ਉਹ ਕਾਹਲੀ ਵਿੱਚ ਲਿਆ ਕੇ, ਕਾਹਲੀ 'ਚ ਨਹੀਂ ਹੁੰਦੇ ਤਾਂ ਸੋਚੀ ਸਮਝੀ ਸਕੀਮ ਹੁੰਦੀ, ਯਾਨੀ ਫਟਾਫਟ ਲਿਆ ਕੇ ਉਹ ਕਾਨੂੰਨ ਜਿਹੜੇ ਆ ਆਰਡੀਨੈਂਸ ਜਾਰੀ ਕੀਤੇ। ਉਸ ਤੋਂ ਬਾਅਦ ਪਾਰਲੀਮੈਂਟ 'ਚ ਪੇਸ਼ ਕਰਤੇ, ਲੋਕ ਸਭਾ 'ਚ ਥੋੜਾ ਬਹੁਤਾ ਰੌਲਾ ਪਿਆ, ਰਾਜ ਸਭਾ 'ਚ ਗੱਲ ਹੋਣ ਨਹੀਂ ਦਿੱਤੀ, ਤੇ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਲਾਗੂ ਕਰਨ ਦੀ ਗੱਲ ਕੀਤੀ। ਉਹ ਵੱਖਰੀ ਗੱਲ ਆ ਕਿ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ, ਮੁਕਾਬਲਾ ਕੀਤਾ, ਤੇ ਪਿਛਲੇ 5 ਮਹੀਨਿਆਂ ਤੋਂ ਦਸੰਬਰ ਤੋਂ ਲੈ ਕੇ ਕਹਿ ਸਕਦੇ 25-26 ਨਵੰਬਰ ਤੋਂ ਬਾਅਦ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੈਗੇ ਤੇ ਮੁਕਾਬਲਾ ਕਰ ਰਹੇ। ਸਰਕਾਰ ਨੂੰ ਲਾਗੂ ਕਰਨ ਵਿੱਚ ਕਾਮਯਾਬੀ ਨਹੀਂ ਹਾਸਲ ਹੋਈ। ਇਸੇ ਤਰ੍ਹਾਂ ਜਦੋਂ ਹੁਣ ਫਿਰ ਦੁਬਾਰਾ ਇਸ ਤਰੀਕੇ ਦਾ ਕਰੋਨਾ ਦਾ ਕਹਿਰ ਜਾਰੀ ਹੈ ਇਸ ਵੇਲੇ ਦਿੱਲੀ ਵਿੱਚ, ਤਾਂ ਬਹੁਤ ਹੀ ਬੁਰੀ ਹਾਲਤ ਹੈ। ਤੇ ਦਿੱਲੀ ਦੇ ਮੁੱਖ ਮੰਤਰੀ ਦੇ ਪਰ ਮੁਕੰਮਲ ਤੌਰ ਤੇ ਕੱਟਦੇ ਗਏ। ਉੱਥੇ ਮਤਲਬ ਸਰਕਾਰ ਦੀ ਹੋਂਦ ਜਿਹੜਾ ਉਹ ਕੁਐਸਚਨ ਬਣ ਗਿਆ ਕਿ ਸਰਕਾਰ ਹੈਗੀ ਵੀ ਹੈ ਕਿ ਗਵਰਨਰ। ਕਈ ਸੂਬਿਆਂ ਦੇ ਵਿੱਚ ਕਈ ਜਿਹੜੇ ਸੂਬੇ, ਉਹ ਸੂਬੇ ਜਿਨ੍ਹਾਂ ਤੇ ਉੱਤੇ ਕੇਂਦਰੀ ਰਾਜ ਹੁੰਦਾ, ਜਿਵੇਂ ਫਾਰ ਐਗਜ਼ਾਮਪਲ ਚੰਡੀਗੜ੍ਹ ਵੀ ਸੈਂਟਰ ਗਵਰਨਮੈਂਟ ਦੇ ਅੰਡਰ ਹੈ ਤੇ ਯੂਨੀਅਨ ਟੈਰੀਟਰੀ ਆ। ਉੱਥੇ ਜਿਹੜਾ ਗਵਰਨਰ, ਭਾਵੇਂ ਲੈਫਟੀਨੈਂਟ ਗਵਰਨਰ ਜਾਂ ਗਵਰਨਰ ਨਹੀਂ ਲਾਇਆ ਗਿਆ ਹੁੰਦਾ, ਪੰਜਾਬ ਦਾ ਗਵਰਨਰ ਜਿਹੜਾ ਵਾ ਉਹਦਾ ਕੇਅਰ ਟੇਕਰ ਹੁੰਦਾ। ਇਸੇ ਤਰ੍ਹਾਂ ਹੀ ਦਿੱਲੀ ਨੂੰ ਕਰਤਾ ਗਿਆ। ਦਿੱਲੀ ਦੇ ਵਿੱਚ ਚੰਡੀਗੜ੍ਹ 'ਚ ਇੱਕ ਗੱਲ ਹੈ ਕਿ ਚੰਡੀਗੜ੍ਹ 'ਚ ਕੋਈ ਵੋਟਾਂ ਪਾ ਕੇ ਸਰਕਾਰ ਨਹੀਂ ਬਣਦੀ, ਵਿਧਾਨ ਸਭਾ ਨਹੀਂ ਹੈਗੀ। ਚੰਡੀਗੜ੍ਹ ਦੀ ਆਪਦੀ ਵਿਧਾਨ ਸਭਾ ਨਹੀਂ ਹੈਗੀ, ਉੱਥੇ ਐਮਐਲਏ ਨਹੀਂ ਚੁਣੇ ਜਾਂਦੇ, ਪਰ ਦਿੱਲੀ 'ਚ ਚੁਣੇ ਜਾਂਦੇ। ਦਿੱਲੀ ਵਿੱਚ 70 ਐਮਐਲਏ ਚੁਣੇ ਜਾਂਦੇ ਆ। 70 ਐਮਐਲਏ ਦੀ ਹੋਂਦ ਜ਼ੀਰੋ ਕਰਤੀ ਗਈ, ਬਿਲਕੁਲ ਨਕਾਰਤੀ ਗਈ। ਉੱਥੇ ਕੋਈ ਵੀ ਗੱਲ ਜਿਹੜੀ ਆ ਉਹ ਰਾਜਪਾਲ ਤੋਂ ਪੁੱਛੇ ਬਿਨਾਂ ਨਹੀਂ ਹੋਊਗੀ। ਯਾਨੀ ਰਾਜਪਾਲ ਪਹਿਲਾਂ ਹੁੰਦਾ ਸੀ ਸਲਾਹਕਾਰ ਮੁੱਖ ਮੰਤਰੀ ਦਾ, ਹੁਣ ਮੁੱਖ ਮੰਤਰੀ ਜਿਹੜਾ ਵਾ ਉਹਦਾ ਕਲਰਕ ਆ। ਰਾਜਪਾਲ ਕਿਹਾ ਕਰੂ ਮੁੱਖ ਮੰਤਰੀ ਨੇ, ਓਏ ਆਹ ਕੰਮ ਕਰ, ਓਏ ਆਹ ਨਹੀਂ ਕਰ। ਇਸ ਤਰੀਕੇ ਦੀ ਜਿਹੜੀ ਆ ਸਥਿਤੀ ਬਣਾਤੀ ਗਈ ਹੈ। ਤੇ ਫਿਰ ਤਾਂ ਉਹ ਗੱਲ ਹੋ ਗਈ ਕਿ ਰਾਜਪਾਲ ਨੂੰ ਹੀ ਚੁਣ ਲਿਆ ਜਾਵੇ ਵੋਟਾਂ ਪਾ ਕੇ, ਤੇ ਮੁੱਖ ਮੰਤਰੀ ਨੂੰ ਚੁਣਨ ਦਾ ਫਾਇਦਾ ਹੀ ਕੋਈ ਨਹੀਂ। ਇਹ ਚਲੋ ਰਾਜਪਾਲ ਤਾਂ ਨੋਮੀਨੇਟਡ ਹੀ ਹੁੰਦੇ ਆ। ਉਹਨਾਂ ਨੇ, ਸਰਕਾਰ ਨੇ ਲੋਕਾਂ ਤੋਂ ਪੁੱਛ ਕੇ ਰਾਜਪਾਲ ਨਹੀਂ ਲਾਉਣਾ ਹੁੰਦਾ, ਸਰਕਾਰ ਨੇ ਉਹ ਰਾਜਪਾਲ ਲਾਉਣਾ ਜਿਹੜਾ ਉਹਨਾਂ ਦਾ ਜੀ ਹਜ਼ੂਰੀਆ ਹੋਵੇ। ਚਲੋ ਸਰਕਾਰਾਂ ਦੀ ਗੱਲ ਹੀ ਚੱਲ ਰਹੀ ਹੈ। ਪੰਜਾਬ, ਭਾਰਤ ਦੇ ਵਿੱਚ 5 ਰਾਜਾਂ ਦੇ ਵਿੱਚ ਚੋਣ ਜਿਹੜਾ ਹੈਗੇ ਆ ਉਹ ਮੁਕੰਮਲ ਹੋ ਚੁੱਕੀਆਂ ਚੋਣਾਂ। ਤੇ ਕਿਉਂਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਦੇ ਜਿਹੜੇ VOTING ਜਿਹੜੇ ਸਰਵੇ ਸੰਭਾਵੀ ਨਤੀਜੇ ਜਿਹੜੇ ਆਉਣੇ ਵੀ, ਸਰਵੇ ਵੀ ਆਉਣੇ ਸ਼ੁਰੂ ਹੋ ਗਏ ਆ। ਪਰ ਇਹ ਜ਼ਰੂਰੀ ਆ ਕਿ ਇਸ ਤੋਂ ਪਹਿਲਾਂ ਉਹ ਨਹੀਂ ਕਰ ਸਕਦੇ ਜਿੰਨਾ ਚਿਰ ਆਖਰੀ ਪੜਾਅ ਦੀਆਂ ਵੋਟਾਂ ਪੈ ਨਹੀਂ ਜਾਂਦੀਆਂ। ਤੇ ਉਹ ਆਖਰੀ ਪੜਾਅ ਦੀਆਂ ਵੋਟਾਂ ਪੈ ਗਈਆਂ ਤੇ ਕੀ ਨਤੀਜੇ ਆਉਣ ਦੀ ਸੰਭਾਵਨਾ ਵਾ, ਇਹਦੇ ਬਾਰੇ ਥੋੜਾ ਦਰਸ਼ਕਾਂ ਦੇ ਨਾਲ ਬੜੀ ਹੈਰਾਨੀ ਹੁੰਦੀ ਹੈ ਜੀ। ਇੱਕ ਪਾਸੇ ਸਾਰਾ ਦੇਸ਼ ਤਰਾਹ ਕਰ ਰਿਹਾ, ਹਾਂਜੀ, ਲੋਕਾਂ ਦੀ ਜਾਨ ਮੁੱਠੀ ਵਿੱਚ ਆਈ ਹੈ। ਦੂਜੇ ਪਾਸੇ ਐਗਜ਼ਿਟ ਪੋਲ ਦੀ ਗੱਲ ਸ਼ੁਰੂ ਹੋ ਗਈ। ਆਖਰੀ ਮੌਕੇ ਦੀਆਂ ਜਦੋਂ ਪੱਛਮੀ ਬੰਗਾਲ ਦੀਆਂ 35 ਸੀਟਾਂ ਤੇ ਚੋਣਾਂ ਹੋਈਆਂ, ਵੋਟਾਂ ਪੈ ਗਈਆਂ, ਇੱਕਦਮ ਜਿੱਦਾਂ ਨਾ ਚੈਨਲਾਂ ਨੇ ਐਗਜ਼ਿਟ ਪੋਲ ਲਿਆਉਣੇ ਸ਼ੁਰੂ ਕਰਤੇ। ਮੈਂ ਨਹੀਂ ਸਮਝਦਾ ਸੀ ਕਿ ਕਿਤੇ ਤੇ ਗੱਲ ਬਹੁਤੀ ਕਰਨੀ ਜ਼ਰੂਰੀ ਹੈਗੀ ਹੈ। ਲੋਕਾਂ ਦੇ ਜਿਹੜੇ ਮੇਨ ਮੁੱਦੇ ਆ, ਲੋਕਾਂ ਦੀ ਜਿਹੜੀ ਵੱਡੀ ਮੁਸ਼ਕਿਲ ਇਸ ਵੇਲੇ ਬਣੀ ਪਈ ਆ, ਉਹਦੇ ਤੇ ਸਾਰੇ ਚੈਨਲਾਂ ਨੂੰ, ਸਾਨੂੰ ਵੀ ਉਹਦੇ ਤੇ ਗੱਲ ਕਰਨੀ ਚਾਹੀਦੀ ਹੈ। ਪਰ ਚਲੋ ਗੱਲ ਤਾਂ, ਮੁੱਦਾ ਤਾਂ ਹੈ ਹੀ। 2 ਮਈ ਨੂੰ ਨਤੀਜੇ ਆਉਣੇ ਜੀ, ਪੱਛਮੀ ਬੰਗਾਲ ਦੇ ਨਹੀਂ ਆਉਣੇ, ਪੱਛਮੀ ਬੰਗਾਲ ਦੇ ਬਾਅਦ ਚ ਆਉਣਗੇ। ਪਰ ਜਿਹੜੇ ਜੋ ਹਾਲਾਤ ਸਾਹਮਣੇ ਆਏ ਆ, ਵੱਖਰੇ ਵੱਖਰੇ ਐਗਜ਼ਿਟ ਪੋਲ ਚੈਨਲਾਂ ਨੇ ਆਪੋ ਆਪਣੀਆਂ ਰਿਪੋਰਟਾਂ ਦਿੱਤੀਆਂ ਹੈਗੀਆਂ, ਉਹਨਾਂ ਦੇ ਮੁਤਾਬਕ ਜਿਹੜਾ ਮੁੱਖ ਮੁਕਾਬਲਾ ਉਹ ਪੱਛਮੀ ਬੰਗਾਲ ਵਿੱਚ ਹੀ ਹੋਇਆ। ਸਿਰ ਦੀ ਟੱਕਰ ਆ, ਬਹੁਤ ਫਸਵੇਂ ਸਿੰਘ ਫਸੇ ਹੋਏ ਆ। ਇਹਦੇ ਬਾਵਜੂਦ ਮਮਤਾ ਬੈਨਰਜੀ ਹੀ ਜਿੱਤੇਗੀ, ਮੇਰੇ ਮੁਤਾਬਕ ਵੀ ਇਹ ਗੱਲ ਹੈ। ਦੂਜੀਆਂ ਗੱਲਾਂ ਵਿੱਚੋਂ ਲਾਇਓ ਅਸਾਮ ਜਿਹੜਾ ਵਾ ਪੰਜਾਬ ਨਾਲੋਂ ਵੱਡਾ ਸੂਬਾ,
ਉੱਥੇ ਪੰਜਾਬ ਵਿੱਚ 117 ਵਾ ਤੇ ਉੱਥੇ 100 ਸ਼ਾਇਦ 29 ਸੀਟਾਂ ਹੈਗੀਆਂ। ਉੱਥੇ ਦੁਬਾਰਾ ਬੀਜੇਪੀ ਦੇ ਚਾਂਸਸ ਜਿਹੜੇ ਉਹ ਹੈਗੇ। ਪਾਂਡੀਚੇਰੀ ਜਿਹੜਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗਾ, ਉੱਥੇ ਕਾਂਗਰਸ ਦੇ ਚਾਂਸਸ ਹੁਣ ਨਹੀਂ ਰਹੇ। ਜਿਹੜਾ ਰਹਿ ਗਿਆ ਤਾਮਿਲਨਾਡੂ, ਉੱਥੇ ਅੰਨਾ DMK ਤੇ ਕਾਂਗਰਸ ਵਾਰੀ ਇਦਾਂ ਸਰਕਾਰਾਂ ਬਣਾਉਂਦੀਆਂ ਰਹੀਆਂ। ਅੰਨਾ DMK ਦਾ ਪ੍ਰਭਾਵ ਜਿਹੜਾ ਅਜੇ ਵੀ ਬਹੁਤ ਜ਼ਿਆਦਾ, ਅੰਨਾ DMK ਦੁਬਾਰਾ ਸਰਕਾਰ ਬਣਾਉਣ ਦੇ ਕਾਬਲ ਹੈਗੀ। ਰਹੀ ਗੱਲ ਕੇਰਲਾ ਦੀ, ਕੇਰਲਾ ਦੇ ਵਿੱਚ ਕਾਂਗਰਸ ਨੇ ਭਾਵੇਂ ਬਹੁਤਾ ਜ਼ੋਰ ਨਹੀਂ ਲਾਇਆ, ਬੀਜੇਪੀ ਨੇ ਜ਼ੋਰ ਲਾਇਆ ਪਰ ਉਹਦੇ ਪੈਰ ਨਹੀਂ ਲੱਗੇ। ਤੇ ਫਿਰ ਪੈਰ ਕਿਹਦੇ ਲੱਗੇ? ਜਿਹੜੀ ਰਾਜ ਕਰਦੀ ਪਾਰਟੀ ਉਹਨਾਂ ਦੇ ਉੱਥੇ ਕੇਰਲਾ ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਆ। CPI CPM ਜਿਹੜੇ ਆ ਉੱਥੇ ਉਹ ਸਰਕਾਰ ਬਣਾਉਂਦੇ ਹੁੰਦੇ। ਇਸ ਵਾਰੀ ਵੀ ਉੱਥੇ ਕਾਮਰੇਡਾਂ ਦੀ ਸਰਕਾਰ ਹੀ ਬਣਨੀ ਆ। ਉਹਨਾਂ ਨੇ ਕੰਮ ਬਹੁਤ ਕੀਤੇ ਆ, ਭਾਵੇਂ ਉਹਨਾਂ ਦੀ ਲੱਤਾਂ ਖਿੱਚਣ ਦੀ ਬੇਸ਼ੁਮਾਰ ਕੋਸ਼ਿਸ਼ ਕੀਤੀ ਗਈ ਹੈ, ਬੜੀ ਵਾਰੀ ਕੋਸ਼ਿਸ਼ ਕੀਤੀ ਗਈ ਆ। ਕਿਸਾਨੀ ਅੰਦੋਲਨ ਨਾਲ ਹੀ ਸੰਬੰਧਿਤ ਆਪਾਂ ਗੱਲ ਕਰ ਲਈਏ ਤੇ ਜਦੋਂ MSP ਦੀ ਗੱਲ ਹੁੰਦੀ ਸੀ ਤੇ ਪਹਿਲਾ ਸੀ ਕੇਰਲਾ ਸਟੇਟ ਜਿਹਨੇ ਸਬਜ਼ੀਆਂ ਉੱਤੇ ਵੀ MSP ਡਿਕਲੇਅਰ ਕੀਤੀ। ਇਹ ਪਹਿਲਾ ਸਟੇਟ ਹੈਗਾ ਸੀ। ਉਹਨਾਂ ਨੇ ਕਿਹਾ ਸੀ ਕਿ ਜੇ ਤੁਹਾਡੀ ਭਿੰਡੀ ਜਿਹੜੀ ਹੈਗੀ ਆ 50 ਰੁਪਏ ਦੀ ਹੈਗੀ ਆ ਤੇ ਜੇ ਵਿਕਦੀ 40 ਤਾਂ 10 ਰੁਪਏ ਸਰਕਾਰ ਦਊ। ਸਿਰਫ ਪਹਿਲਾ ਸੂਬਾ ਜਿਹਨੇ ਕਿਸਾਨਾਂ ਦੀ ਵੀ ਗੱਲ ਨੂੰ ਰਮਜ ਨੂੰ ਸਮਝਿਆ, ਔਰ ਪਹਿਲਾ ਸੂਬਾ ਜਿੱਥੇ ਪਹਿਲੇ ਦੌਰ ਦਾ ਜਿਹੜਾ ਕਰੋਨਾ ਦਾ ਕਹਿਰ ਸੀਗਾ ਉਹ ਸਭ ਤੋਂ ਘੱਟ ਹੋਇਆ। ਜੇ ਹੋਇਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਾਬੂ ਕੀਤਾ। ਅੱਜ ਵੀ ਉੱਥੇ ਹਾਲਾਤ ਬਹੁਤੇ ਚੰਗੇ ਤਾਂ ਨਹੀਂ ਪਰ ਇੰਨੇ ਮਾੜੇ ਵੀ ਨਹੀਂ। ਠੀਕ ਹੈ ਜੀ। ਕਰੋਨਾ ਦਾ ਕਹਿਰ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਧਿਆਨ ਰੱਖਿਆ ਸਰਕਾਰ ਨੇ। ਬਾਕੀ ਸੂਬੇ ਦੇ ਮੁਕਾਬਲੇ ਕੇਰਲਾ ਦੇ ਵਿੱਚ ਲੋਕ ਵੱਧ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ। ਉੱਥੋਂ ਦੇ ਲੋਕ, ਪੰਜਾਬੋਂ ਜਾ ਕੇ ਨਹੀਂ, ਜਿਹੜੇ ਕੇਰਲਾ 'ਚ ਲੋਕ ਰਹਿੰਦੇ ਆ ਉਹ ਆਪਣੇ ਆਪ ਨੂੰ ਉਸ ਸਰਕਾਰ ਦੇ ਹੱਥੋਂ ਸੁਰੱਖਿਅਤ ਮਹਿਸੂਸ ਕਰਦੇ ਹੈਗੇ ਆ। ਕੇਰਲਾ ਵਿੱਚ ਫਿਰ ਦੁਬਾਰਾ ਕਾਂਗਰਸ ਦੀ ਸਰਕਾਰ ਬਣਨ ਦੀ ਸੰਭਾਵਨਾ। ਇਹਨਾਂ ਸਾਰੇ ਰਾਜਾਂ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਦਾ ਨੰਬਰ ਆਉਂਦਾ ਨਜ਼ਰ ਦੇ ਰਿਹਾ? ਨਹੀਂ, ਕਿਤੇ ਨਹੀਂ ਆ ਰਿਹਾ। ਕਾਂਗਰਸੀ ਸਰਕਾਰ ਕਿਤੇ ਨਹੀਂ ਬਣਨੀ। ਸਥਿਤੀ ਵੀ ਅੱਗੇ ਨਾਲੋਂ ਕੋਈ ਸੁਧਰਨ ਦੇ ਚਾਂਸ ਨਹੀਂ ਹੈ। ਤਾਂ ਹੋ ਸਕਦਾ ਕੁਝ ਸੀਟਾਂ ਕੇਰਲਾ ਵਿੱਚ ਤੇ ਕੁਝ ਸੀਟਾਂ ਤਾਮਿਲਨਾਡੂ ਵਿੱਚ ਉਹ ਜੇ ਪਹਿਲੀਆਂ ਵੀ ਰੱਖ ਦੇਣ ਤਾਂ ਬਹੁਤ ਚੰਗੀ ਗੱਲ। ਪੱਛਮੀ ਬੰਗਾਲ ਦੇ ਵਿੱਚ ਵੀ ਉਹਨਾਂ ਦੇ ਪੈਰ ਬਹੁਤੇ ਲੱਗੇ ਨਹੀਂ। ਅਖੀਰਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਆਪਦੀਆਂ ਚੋਣ ਰੈਲੀਆਂ ਰੱਦ ਕਰਤੀਆਂ ਗਈਆਂ, ਇਹ ਕਹਿ ਕੇ ਕਿ ਮੈਂ ਕਰੋਨਾ ਦਾ ਜਿਹੜਾ ਵਾ ਕਹਿਰ ਉਹਨੂੰ ਧਿਆਨ 'ਚ ਰੱਖ ਕੇ ਰੈਲੀਆਂ ਰੱਦ ਕਰਦਾ। ਚੰਗੀ ਗੱਲ ਹੈ, ਇਹੀ ਕਾਰਨ ਹੋਵੇ, ਪਰ ਮੈਨੂੰ ਲੁਕਵਾਂ ਕਾਰਨ ਇਹ ਵੀ ਲੱਗਦਾ ਕਿ ਉਹਨਾਂ ਸੋਚਿਆ ਕਿ ਹੁਣ ਪੈਰ ਤੇ ਲੱਗਣੇ ਨਹੀਂ, ਚਲੋ ਘਰ ਨੂੰ ਚੱਲਦਾ ਜੀ। ਅਗਲੀ ਖਬਰ ਵੱਲ ਆਪਾਂ ਝਾਤ ਮਾਰਦੇ ਹਾਂ ਕਿ ਪਰਚਿਆਂ ਦਾ ਦੌਰ ਵੀ ਉੱਥੇ ਆਪਣੇ ਸ਼ੁਰੂ ਹੋਇਆ ਹੋਇਆ। ਇੱਕ ਜਿੰਮੀ ਸ਼ੇਰਗਿੱਲ ਤੇ ਨਵੇਂ ਪਰਚੇ ਦੀ ਖਬਰ ਸਾਹਮਣੇ ਆ ਰਹੀ ਹੈ। ਕੀ ਹੈ ਜੀ ਨਵਾਂ ਮਸਲਾ ਹੈ? ਪਰਚੇ ਦੇਖੋ ਜੀ, ਸਿਆਸੀ ਲੋਕ ਇੱਕ ਦੂਜੇ ਤੋਂ ਕਰਵਾਉਂਦੇ ਹੁੰਦੇ। ਬਿਨਾਂ ਸ਼ੱਕ ਹਰ ਇੱਕ ਰਾਜਨੀਤਿਕ ਬੰਦਾ ਜਿਹੜਾ ਉਹ ਸੋਚਦਾ ਕਿ ਮੈਂ ਆਪਦੇ ਵਿਰੋਧੀ ਨੂੰ ਦੱਬ ਕੇ ਰੱਖਾਂ, ਹੋਰ ਨਹੀਂ ਤਾਂ ਕੋਈ ਨਾ ਕੋਈ ਪੁੱਠਾ ਸਿੱਧਾ ਕੇਸ ਹੀ ਪਾ ਦਿਆਂ ਇੱਥੇ, ਆਪੇ ਤਰੀਕਾਂ ਭੁਗਤਦਾ ਥੱਕ ਜੂ ਅੱਕ ਜੂ ਤੇ ਫਿਰ ਮੇਰੇ ਕੋਲ ਵਾਪਸ ਆ ਜਾਊ। ਜਿੰਮੀ ਸ਼ੇਰਗਿੱਲ ਦਾ ਮਸਲਾ ਵੱਖਰਾ। ਜਿੰਮੀ ਸ਼ੇਰਗਿੱਲ ਜਿਹੜਾ ਜੀ, ਉਹ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਆਪਦੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਜਿੰਮੀ ਸ਼ੇਰਗਿੱਲ ਸਿਨੇ ਸਟਾਰ ਹੈ, ਯਾਨੀ ਫਿਲਮ ਸਟਾਰ ਹੈ। ਫਿਲਮ ਸਟਾਰ ਜਿੰਮੀ ਸ਼ੇਰਗਿੱਲ ਇੱਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਲੁਧਿਆਣੇ ਆਰੀਆ ਮਾਡਲ ਸਕੂਲ 'ਚ, ਆਰੀਆ ਸਕੂਲ 'ਚ। ਉਸ ਸਕੂਲ ਨੂੰ ਇੱਕ ਅਦਾਲਤ ਦਾ ਰੂਪ ਦਿੱਤਾ ਗਿਆ ਸੀ। ਠੀਕ ਹੈ ਜੀ। ਪਰ ਕਰੋਨਾ ਦਾ ਜਿਹੜਾ ਦੌਰ ਚੱਲ ਰਿਹਾ, ਇਹਦੇ ਵਿੱਚ ਤਾਂ ਪਾਬੰਦੀਆਂ ਬੰਦੇ ਇਕੱਠੇ ਕਰਨ ਤੋਂ। ਤੁਸੀਂ ਵਿਆਹ 'ਚ 25 ਬੰਦੇ ਤੋਂ ਵੱਧ ਨਹੀਂ ਇਕੱਠੇ ਹੋ ਸਕਦੇ। ਸੰਸਕਾਰ ਕਿਸੇ ਦਾ ਹੈਗਾ 10-15 ਬੰਦੇ ਤੋਂ ਵੱਧ ਨਹੀਂ ਜਾ ਸਕਦੇ। ਠੀਕ ਹੈ ਜੀ। ਤੁਹਾਨੂੰ ਵੱਡੇ ਇਕੱਠ ਕਰਨ ਤੋਂ ਰੋਕਿਆ ਗਿਆ ਤੇ ਜਿੰਮੀ ਸ਼ੇਰਗਿੱਲ ਨੂੰ ਕਿਉਂ ਨਾ ਰੋਕਿਆ ਜਾਵੇ? ਜਿੰਮੀ ਸ਼ੇਰਗਿੱਲ ਨੂੰ ਆਪ ਚਾਹੀਦਾ ਸੀਗਾ ਕਿ ਉਹ ਆਪਦੀ ਸ਼ੂਟਿੰਗ ਜਿਹੜੀ ਆ ਉਹ ਪੋਸਟਪੋਨ ਰੱਖਦਾ। ਹੋ ਸਕਦਾ 4 ਦਿਨਾਂ ਬਾਅਦ, ਹਫ਼ਤੇ ਬਾਅਦ, 15 ਦਿਨਾਂ ਨੂੰ, ਮਹੀਨੇ ਨੂੰ ਮਾਹੌਲ ਠੀਕ ਹੋ ਜਾਂਦਾ, ਫਿਰ ਉਹ ਸ਼ੂਟਿੰਗ ਕਰ ਲੈਂਦਾ। ਪਰ ਜਿੱਦਾਂ ਹੁੰਦਾ ਨਾ ਵੀ ਬੰਦਿਆਂ ਨੂੰ, ਕਈਆਂ ਨੂੰ ਆਕੜ ਹੁੰਦੀ ਆ ਵੀ ਨਹੀਂ ਮੇਰਾ ਕਿਸੇ ਨੇ ਕੀ ਵਿਗਾੜ ਲੈਣਾ, ਤੇ ਉਹਨਾਂ ਨੇ ਵਿਗਾੜ ਲਿਆ। ਕਿਉਂਕਿ ਉੱਥੇ 100 ਤੋਂ ਜ਼ਿਆਦਾ ਲੋਕ ਸੀਗੇ। ਲੋਕ ਬਾਹਰੋਂ ਨਹੀਂ ਸੀ ਆਏ ਹੋਏ, ਯਾਨੀ ਉਸ ਫਿਲਮ ਵਿੱਚ ਕੰਮ ਕਰਨ ਵਾਲੇ ਆਰਟਿਸਟ ਹੋਣਗੇ, ਉਹ ਸਹਾਇਕ ਹੋਣਗੇ, ਕੈਮਰਾਮੈਨ ਸੀ, ਕ੍ਰਿਊਜ਼ ਸੀ, ਜੋ ਵੀ ਸੀਗਾ ਸਾਰਾ ਉਹਨਾਂ ਦਾ, ਉਹ 100 ਤੋਂ ਵੱਧ ਸੀ ਜਿਹੜਾ ਅਲਾਊਡ ਨਹੀਂ। ਔਰ ਉੱਥੋਂ ਦੀ ਲੁਧਿਆਣਾ ਪੁਲਿਸ ਨੇ ਉਹਦੇ ਖਿਲਾਫ ਪਰਚਾ ਦਰਜ ਕਰ ਲਿਆ ਔਰ ਉਹਨੂੰ ਤਲਬ ਕਰ ਲਿਆ ਕਿ ਇੱਥੇ ਆ ਕੇ ਪੇਸ਼ ਹੋ ਕੇ ਦੱਸ ਕਿ ਇਹ ਤੂੰ ਹਮਾਕਤ ਕਿਉਂ ਕੀਤੀ, ਇਹ ਗਲਤੀ ਕਿਉਂ ਕੀਤੀ ਹੈ, ਤੇਰੇ ਖਿਲਾਫ ਇਹ ਧਾਰਾ ਲੱਗਦੀਆਂ ਹੈਗੀਆਂ, ਹੁਣ ਤਰੀਕਾਂ ਭੁਗਤੀ।
ਸੋਚਣ ਵਾਲੀ ਗੱਲ ਇਹ ਹੈ ਜੀ ਕਿ ਚਲੋ ਉਹਦੇ ਤੇ ਪਰਚਾ ਬਣਦਾ ਸੀ, ਗਲਤੀ ਕੀਤੀ ਤਾਂ ਪਰਚਾ ਬਣਦਾ। ਪਰ ਜੇ ਦੂਸਰੇ ਪਾਸੇ ਆਪਾਂ ਹਾਕਮ ਧਿਰਾਂ ਦੀ ਗੱਲ ਕਰ ਲਈਏ ਤੇ ਲੱਖਾਂ ਦੇ ਇਕੱਠ ਰੈਲੀਆਂ ਦੇ ਵਿੱਚ ਹੋ ਰਹੇ ਆ, ਤੁਸੀਂ ਵਿਆਹਾਂ ਸ਼ਾਦੀਆਂ 'ਚ ਦੇਖ ਲਓ ਤੇ ਉੱਥੇ ਵੀ ਤਾਂ ਪਰਚੇ ਬਣਦੇ ਆ ਨਾ। ਬਿਲਕੁਲ ਬਣਦੇ ਜੀ। ਇਹ ਕਾਨੂੰਨ ਜਿਹੜਾ ਹੈਗਾ ਵਾ, ਜਾਂ ਕਾਨੂੰਨ ਕਹਿ ਲਓ ਜਾਂ ਰੈਸਟ੍ਰਿਕਸ਼ਨਸ, ਪਾਬੰਦੀਆਂ ਕਹਿ ਲਓ, ਇਹ ਸਾਰੇ ਪਾਸੇ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ। ਪਰ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਬੰਗਾਲ ਵਿੱਚ ਜਾ ਕੇ ਕਰੋਨਾ ਕਹਿਰ ਦੇ ਦਿਨਾਂ ਵਿੱਚ ਜਾ ਕੇ, ਜਦੋਂ ਬਹੁਤ ਪੀਕ ਤੇ ਸੀ ਕਰੋਨਾ, ਉਦੋਂ ਜਾ ਕੇ ਉਹ ਕਹਿੰਦਾ ਕਿ ਬੱਲੇ ਬੱਲੇ ਬੱਲੇ, ਮੈਂ ਤੇ ਇੰਨੀ ਦੁਨੀਆ ਕਦੀ ਵੇਖੀ ਨਹੀਂ। ਤੇ ਉਹਨੇ ਕਿਉਂ ਸੱਦੀ ਇੰਨੀ ਦੁਨੀਆ? ਆਪਦੇ ਮੰਤਰੀਆਂ ਨਾਲ ਗੱਲ ਕਰਨੀ ਹੁੰਦੀ ਹੈ ਤੇ ਉਹ ਵੀਡੀਓ ਕਾਨਫਰੰਸ ਤੇ ਕਰਦੇ। ਵੋਟਾਂ ਲੈਣ 'ਚ ਜਾਣਾ ਹੁੰਦਾ ਤੇ ਉੱਥੇ ਲੱਖਾਂ ਦੀ ਗਿਣਤੀ 'ਚ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ। ਫਿਰ ਦੇਖੋ ਲਾਸਟ ਜਿਹੜਾ ਦੌਰ ਚੱਲਿਆ ਪੱਛਮੀ ਬੰਗਾਲ ਦੇ ਵਿੱਚ ਵੋਟਾਂ ਦਾ, ਉੱਥੇ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਬਾਹਰ ਨਿਕਲਣਾ ਚਾਹੀਦਾ। ਮਤਲਬ ਇਸ ਤਰੀਕੇ ਦੀ ਨੌਨਸੈਂਸ ਜੀ ਪ੍ਰਧਾਨ ਮੰਤਰੀ ਕਰੂ ਤੇ ਬਾਕੀ ਕੋ ਨਾ ਕਰਨਗੇ। ਪਰ ਕਿਸੇ ਨਾ ਕਿਸੇ ਤੇ ਤਾਂ ਪਰਚੇ ਹੋਣੇ ਹੀ ਸੀ। ਹਾਂ, ਪੁਲਿਸ ਵੀ ਡਰਦੀ ਹੁੰਦੀ, ਪ੍ਰਸ਼ਾਸਨ ਵੀ ਡਰਦਾ ਹੁੰਦਾ। ਉਹ ਸਿਆਸੀ ਬੰਦਿਆਂ ਤੇ ਨਹੀਂ ਕਰਦੇ ਹੁੰਦੇ ਪਰਚੇ, ਆਮ ਲੋਕਾਂ ਦੇ ਹੀ ਕਰਦੇ ਹੁੰਦੇ। ਜਿਵੇਂ ਸ਼ੇਰ ਉੜ ਕੇ ਆ ਗਿਆ, ਹੋ ਸਕਦਾ ਕੋਈ ਲੈ ਦੇ ਕੇ ਮਾਮਲਾ ਰਫਾ ਦਫਾ ਹੋ ਜਾਏ। ਆਪਾਂ ਗੱਲ ਅਗਲੀ ਕਰ ਲਈਏ, ਸਾਧਾਂ ਸੰਤਾਂ ਬਾਰੇ ਵੀ ਗੱਲ ਨਾਲ ਦੀ ਨਾਲ ਕੀਤੀ ਜਾਵੇ। ਅਲੀਗੜ੍ਹ ਨੇੜੇ ਇੱਕ ਦੇਵਤੇ ਨੂੰ ਚੜਾਈ ਸ਼ਰਾਬ ਦਾ ਮਸਲਾ ਸਾਹਮਣੇ ਆਇਆ ਜੀ। ਪ੍ਰਸ਼ਾਦ ਲੈਣ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੀਆਂ ਮੌਤਾਂ ਹੋ ਗਈਆਂ। ਸਾਰਾ ਮਸਲਾ ਕੀ ਹੈ ਜੀ ਤੁਹਾਡੇ ਦਰਸ਼ਕਾਂ ਨੂੰ? ਦੇਖੋ, ਬਾਬਿਆਂ ਦੀ ਗੱਲ ਕੀਤੀ ਜਾਂ ਦੇਵੀ ਦੇਵਤਿਆਂ ਦੀ ਗੱਲ ਕੀਤੀ ਜੀ, ਬਹੁਤ ਸਾਡੇ ਅਸੀਂ ਸ਼ਰਧਾ ਰੱਖਦੇ ਹਾਂ ਦੇਵੀ ਦੇਵਤਿਆਂ ਪ੍ਰਤੀ ਵੀ, ਬਾਬਿਆਂ ਪ੍ਰਤੀ ਵੀ, ਸਾਰੇ ਰੱਖਦੇ। ਮੈਂ ਨਹੀਂ ਗੱਲ ਕਰ, ਸਾਰੇ ਹੀ ਰੱਖਦੇ। ਪਰ ਕਈ ਵਾਰੀ ਅੰਧ ਸ਼ਰਧਾ ਹੁੰਦੀ, ਅੰਨੀ ਸ਼ਰਧਾ ਹੁੰਦੀ। ਅੰਨੀ ਸ਼ਰਧਾ ਕੀ ਹੈ? ਕਿਸੇ ਜਗ੍ਹਾ ਤੇ ਕੋਈ ਹੁੰਦਾ ਜੀ ਇਹ ਸ਼ਰਧਾ ਕਿ ਜੀ ਉੱਥੇ ਕੋਈ ਜਗ੍ਹਾ ਬਣਾਈ ਗਈ ਆ, ਉੱਥੇ ਜਹਾਜ਼ ਲੋਕੀ ਖਿਡੌਣਾ ਟਾਈਪ ਜਹਾਜ਼ ਚੜਾਉਂਦੇ ਆ। ਇਹ ਕਹਿੰਦੇ ਆ ਕਿ ਅਸੀਂ ਉਸ ਬਾਬੇ ਅੱਗੇ, ਉਸ ਦੇਵਤੇ ਅੱਗੇ ਅਰਦਾਸ ਕੀਤੀ ਆ ਕਿ ਸਾਡਾ ਧੀ ਪੁੱਤ ਜਿਹੜਾ ਵਾ ਉਹ ਕੈਨੇਡਾ ਅਮਰੀਕਾ ਚਲੇ ਜਾਵੇ। ਉਹ ਜਹਾਜ਼ ਚੜਾਉਂਦੇ। ਠੀਕ ਹੈ ਜੀ। ਕਿਤੇ ਕੋਈ ਪ੍ਰਸ਼ਾਦ ਕਿਸੇ ਤਰੀਕੇ ਦਾ, ਕਿਤੇ ਉਹ ਕਿਸੇ ਤਰੀਕੇ ਦਾ। ਥੋੜੇ ਚਿਰ ਤੋਂ ਨਹੀਂ, ਇਹ ਵੈਸੇ ਉਂਝ ਪੁਰਾਣੀ ਗੱਲ ਆ। ਕੁਛ ਥਾਵਾਂ ਪੰਜਾਬ ਵਿੱਚ ਇਹੋ ਜਿਹੀਆਂ ਹੈਗੀਆਂ ਜਿੱਥੇ ਖੀਰ ਦਾ ਪ੍ਰਸ਼ਾਦ ਚੜ੍ਹਦਾ। ਕਿਤੇ ਉਹ ਖੀਰ ਫਿੱਕੀ ਹੁੰਦੀ, ਨਾਲ ਕੜਾਹ ਪ੍ਰਸ਼ਾਦ ਹੁੰਦਾ। ਕਿਤੇ ਕੋਈ ਹੋਰ ਕਿਸੇ ਕਿਸਮ ਦੇ ਕੋਈ ਪ੍ਰਸ਼ਾਦ ਲੋਕੀ ਲੈ ਕੇ ਜਾਂਦੇ। ਪਰ ਇੱਕ ਬੜੀ ਨਵੀਂ ਤੇ ਅਜੀਬ ਤੇ ਬਹੁਤ ਹੀ ਮੰਦਭਾਗੀ ਗੱਲ ਹੈ, ਲੋਕੀ ਸ਼ਰਾਬ ਦਾ ਪ੍ਰਸ਼ਾਦ ਲਿਜਾਣ ਲੱਗ ਪਏ। ਮੈਂ ਨਹੀਂ ਕਹਿੰਦਾ ਕਿਸੇ ਮੰਦਿਰ 'ਚ ਲੈ ਕੇ ਜਾਂਦੇ ਆ, ਮੈਂ ਨਹੀਂ ਕਹਿੰਦਾ ਕਿਸੇ ਗੁਰਦੁਆਰੇ 'ਚ ਲੈ ਕੇ ਜਾਂਦੇ ਆ, ਪਰ ਥਾਵਾਂ ਹੈਗੀਆਂ ਜਿੱਥੇ ਉਹ ਪ੍ਰਸ਼ਾਦ ਦੇ ਤੌਰ ਤੇ ਸ਼ਰਾਬ ਦੀਆਂ ਪੇਟੀਆਂ ਚੜਾਈਆਂ ਜਾਂਦੀਆਂ। ਮੱਸਿਆ ਹੁੰਦੀ ਆ ਜਾਂ ਸੰਗਰਾਂਦ ਹੁੰਦੀ ਆ ਜਾਂ ਪੁੰਨਿਆ ਹੁੰਦੀ, ਕੋਈ ਦਿਨ ਏਦਾਂ ਦੇ ਫਿਕਸ ਹੁੰਦੇ ਆ ਕਿ ਉੱਥੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਜਾਂ ਬਾਬਿਆਂ ਨੂੰ ਖੁਸ਼ ਕਰਨ ਦੇ ਲਈ ਸ਼ਰਾਬ ਚੜਾਈ ਜਾਂਦੀ। ਉਹ ਸ਼ਰਾਬ ਫਿਰ ਜਿਹੜੀ ਆ ਉਹ ਚੜਾ ਕੇ ਬਾਕੀ ਜਿਹੜੀ ਪੇਟੀ ਆ ਉਹ ਲੋਕਾਂ 'ਚ ਵਰਤਾ ਦਿੱਤੀ ਜਾਂਦੀ। ਕਈ ਲੋਕੀ ਇਹ ਸੁਖਣਾ ਸੁਖਦੇ ਆ ਕਿ ਅਸੀਂ ਘਰ ਦੀ ਕੱਢੀ ਸ਼ਰਾਬ ਲੈ ਕੇ ਜਾਵਾਂਗੇ। ਕਈ ਸ਼ਰਾਬ ਦੀਆਂ ਪੇਟੀਆਂ ਠੇਕਿਆਂ ਤੋਂ ਲੈ ਕੇ ਜਾਂਦੇ। ਉੱਥੇ ਕੋਈ ਪੁਲਿਸ ਨਹੀਂ ਰੁਕਦੀ, ਕੋਈ ਪ੍ਰਸ਼ਾਸਨ ਨਹੀਂ ਰੁਕਦਾ, ਕਿਸੇ ਦਾ ਕੋਈ ਕੰਟਰੋਲ ਨਹੀਂ ਹੈ। ਲੋਕੀ ਮਾਣਾਈਆਂ ਕਰਦੇ ਆ ਔਰ ਸ਼ਰਾਬ ਪੀ ਕੇ ਉੱਥੇ ਲੋਕਾਂ ਦੀ ਬਹੁਤ ਸਾਰੇ ਥਾਵਾਂ ਤੇ ਮੌਤ ਹੋਈ। ਇਸੇ ਤਰ੍ਹਾਂ ਅਲੀਗੜ੍ਹ ਦੀ ਘਟਨਾ ਦੀ ਗੱਲ ਕਰਦੇ ਆਪਾਂ। ਕੱਲ ਇੱਥੇ ਕਿਸੇ ਏਦਾਂ ਹੀ ਬਾਬੇ ਦਾ ਡੇਰਾ ਸੀ ਕੋਈ, ਉੱਥੇ ਲੋਕਾਂ ਨੇ ਸੁੱਖਿਆ ਹੋਊਗਾ ਔਰ ਉਹ ਸ਼ਰਾਬ ਲੈ ਕੇ ਗਏ। ਇਹ ਕੋਈ ਸ਼ਰਾਬ ਮਾੜੀ ਹੋਊਗੀ, ਯਾਨੀ ਕਹਿ ਲਓ ਵੀ ਉਹਦੇ ਵਿੱਚ ਘਰ ਦੀ ਕੱਢੀ ਹੋਊਗੀ, ਬਣਾਈ ਚੰਗੀ ਨਹੀਂ ਹੋਊਗੀ ਜਾਂ ਕੋਈ ਨੁਕਸ ਹੋਊਗਾ, ਉਹ ਸ਼ਰਾਬ ਚੜਾਈ ਤੇ ਉੱਥੇ ਜਿਹੜੇ ਸ਼ਰਧਾਵਾਨ ਲੋਕਾਂ ਨੇ, ਸ਼ਰਧਾਲੂਆਂ ਨੇ ਉਹ ਸ਼ਰਾਬ ਦਾ ਸੇਵਨ ਕੀਤਾ, ਹਾਂਜੀ, ਪ੍ਰਸ਼ਾਦ ਛਕਿਆ ਜਿਹਨੂੰ ਕਹਿ ਸਕਦੇ ਹਾਂ, ਉਹਨਾਂ ਦੀ ਮੌਤ ਹੋ ਗਈ। ਇਹ ਮੰਦਭਾਗੀਆਂ ਘਟਨਾਵਾਂ ਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਆ, ਲੋਕ ਵੀ ਜ਼ਿੰਮੇਵਾਰ ਉਨੇ ਹੀ ਆ। ਲੋਕਾਂ ਦੇ ਲਈ ਇਹ ਅੰਧ ਵਿਸ਼ਵਾਸ ਪੈਦਾ ਕਰਨ ਵਿੱਚ ਡੇਰਿਆਂ ਦਾ, ਬਾਬਿਆਂ ਦਾ, ਜਿਹੜੇ ਅਖੌਤੀ ਦੇਵੀ ਦੇਵਤੇ ਆ, ਠੀਕ ਹੈ ਜੀ, ਉਹਨਾਂ ਦਾ, ਜਿਹੜਾ ਦੇਵੀ ਦੇਵਤੇ ਨੂੰ ਅਸੀਂ ਭਗਵਾਨ ਦਾ ਦਰਜਾ ਦਿੰਦੇ ਨਾ ਜੀ, ਉਹ ਨਹੀਂ ਕਹਿੰਦੇ ਇਦਾਂ ਦਾ ਨਸ਼ਾ ਕਰੋ, ਉਹ ਨਹੀਂ ਕਹਿੰਦੇ ਇਦਾਂ ਦੇ ਨਸ਼ਿਆਂ ਦੀ ਸੇਵਨ ਕਰੋ ਜਾਂ ਸਾਡੇ ਡੇਰੇ ਤੇ, ਸਾਡੇ ਮੰਦਿਰ, ਸਾਡੇ ਗੁਰਦੁਆਰੇ ਚੜਾਓ, ਉਹ ਨਹੀਂ ਕਹਿੰਦੇ। ਇਹ ਲੋਕ ਉਹ ਹੁੰਦੇ ਆ ਜਿਹੜੇ ਧਰਮ ਨੂੰ ਆਪਦੇ ਹੱਕ ਦੇ ਲਈ ਵਰਤਣ ਦੀ ਕੋਸ਼ਿਸ਼ ਕਰਦੇ ਆ ਔਰ ਲੋਕਾਂ ਨੂੰ ਗੁੰਮਰਾਹ ਕਰਦੇ। ਆਪਾਂ ਸੁਰੱਖਿਆ ਦੀ ਥੋੜੀ ਜਿਹੀ ਗੱਲ ਕਰ ਲਈਏ। ਹਰੇਕ ਦੇਸ਼ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੇ ਵੱਡੇ ਬਜਟ ਆ ਜਿਹੜੇ ਉਹ ਰੱਖਦਾ। ਮਤਲਬ ਸਿੱਖਿਆ ਦੇ ਲਈ ਵੀ ਬਜਟ ਰੱਖੇ ਜਾਂਦੇ ਆ, ਸਿਹਤ ਲਈ ਵੀ ਬਜਟ ਰੱਖੇ ਜਾਂਦੇ ਆ, ਸੁਰੱਖਿਆ ਲਈ ਵੀ ਰੱਖੇ ਜਾਂਦੇ ਆ। ਫੌਜਾਂ ਦੀਆਂ ਗੱਡੀਆਂ ਵਾਸਤੇ, ਫੌਜਾਂ ਦੇ ਹੋਰ ਲਾਮ ਲਸ਼ਕਰ ਵਾਸਤੇ ਵੀ ਬਜਟ ਤਿਆਰ ਕੀਤੇ ਜਾਂਦੇ ਆ। ਪਰ ਭਾਰਤ ਦਾ ਨੰਬਰ ਇਹਦੇ ਵਿੱਚ ਕਿੰਨਵਾਂ ਆਉਂਦਾ, ਕਿਉਂਕਿ ਕਿਹੜੀ ਪੋਜੀਸ਼ਨ ਤੇ ਖੜਾ ਭਾਰਤ ਆਪਣੇ ਫੌਜੀ ਬਜਟ ਸੁਰੱਖਿਆ ਦੇ ਲਈ, ਜੇ ਆਪਾਂ ਕਹਿੰਦੇ
ਦੇਖੋ ਕੋਈ ਸਮਾਂ ਸੀਗਾ ਤੇ ਅਸੀਂ ਪਰਮਾਣੂ ਬੰਬ ਦਾ ਨਾਂ ਸੁਣਦੇ ਹੁੰਦੇ ਹਾਂਜੀ। ਸੀ ਕਿ ਭਾਰਤ ਵੀ ਇੱਕ ਪਰਮਾਣੂ ਸ਼ਕਤੀ ਬਣ ਗਈ ਹੈ। ਠੀਕ ਹੈ ਜੀ। ਉਹ ਸ਼ਕਤੀ ਬਣ ਗਈ ਪਰਮਾਣੂ ਸ਼ਕਤੀ ਇਸ ਕਰਕੇ ਕਿ ਉਸ ਮਤਲਬ ਉਹਦਾ ਮਟੀਰੀਅਲ ਦੀ ਯੂਟੀਲਾਈਜੇਸ਼ਨ ਹੁੰਦੀ ਹੈ ਫੈਕਟਰੀਆਂ 'ਚ ਇੰਡਸਟਰੀ 'ਚ ਯੂਟੀਲਾਈਜੇਸ਼ਨ ਹੁੰਦੀ ਹੈ। ਪਰ ਪਰਮਾਣੂ ਬੰਬ ਜਦੋਂ ਕਿਹਾ ਜਾਂਦਾ ਇਹਦਾ ਮਤਲਬ ਹੁੰਦਾ ਬੰਬ ਮਾਰ ਕੇ ਬੰਦੇ ਮਾਰਨਾ। ਠੀਕ ਹੈ ਜੀ। ਉਹ ਇੱਕ ਡਰਾਉਣ ਵਾਲੀ ਗੱਲ ਸੀਗੀ। ਉਹਦੇ ਲਈ ਇਹ ਡਰਾਉਣਾ ਕਿਹਨੂੰ ਸੀਗਾ? ਆਂਢੀਆਂ ਗੁਆਂਢੀਆਂ ਨੂੰ ਡਰਾਉਣਾ ਹੁੰਦਾ। ਜਦੋਂ ਅਸੀਂ ਘਰ ਆਪਦੇ ਲਿਆ ਕੇ ਕੋਈ ਜ਼ਹਿਰੀਲਾ ਜਿਹਾ ਕੁੱਤਾ ਬੰਨ ਲੈਂਦੇ ਆ ਗੇਟ ਦੇ ਨਾਲ ਤੇ ਉਹਦਾ ਮਤਲਬ ਹੁੰਦਾ ਵੀ ਗੁਆਂਢੀ ਡਰ ਕੇ ਰਹਿਣ। ਉਹ ਮਤਲਬ 24 ਘੰਟੇ ਇਹੀ ਸੋਚਦੇ ਰਹਿਣ ਵੀ ਇਹਨਾਂ ਦੇ ਘਰ ਮੋੜ ਨਹੀਂ ਲੰਘਣਾ, ਉੱਥੇ ਕੁੱਤਾ ਬੰਨਿਆ ਹੋਇਆ ਪਤਾ ਨਹੀਂ ਕਿਹੜੇ ਵੇਲੇ ਖੁੱਲ ਕੇ ਸਾਡੇ ਗਲ ਪੈ ਜਾਣਾ। ਹੁਣ ਜਦੋਂ ਉਦਾਂ ਦਾ ਕੁੱਤਾ ਗੁਆਂਢੀ ਵੀ ਲੈ ਆਉਣ ਫਿਰ ਕੀ ਹੁੰਦਾ? ਫਿਰ ਦੋਨੋਂ ਕਈ ਵਾਰੀ ਇੱਕ ਦੂਜੇ ਨੂੰ ਡਰਨ ਲੱਗ ਪੈਂਦੇ ਜਾਂ ਇੱਕ ਦੂਜੇ ਨੂੰ ਡਰਾਉਣ ਲੱਗ ਪੈਂਦੇ। ਹੁਣ ਪਰਮਾਣੂ ਬੰਬ ਦੀ ਗੱਲ ਇੰਡੀਆ ਨੇ ਕੀਤੀ ਸੀ, ਪਾਕਿਸਤਾਨ ਨੇ ਵੀ ਕਰ ਲਈ। ਉਹਨਾਂ ਕੋਲ ਸਾਡੇ ਕੋਲ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਨਹੀਂ ਪਤਾ, ਪਰ ਬਹੁਤ ਸਾਰੇ ਦੇਸ਼ ਇਹ ਦਾਅਵਾ ਕਰਦੇ ਆ ਕਿ ਅਸੀਂ ਪਰਮਾਣੂ ਸ਼ਕਤੀ ਬਣ ਗਏ, ਪਾਵਰ ਬਣ ਗਏ, ਐਟੋਮਿਕ ਐਨਰਜੀ ਸਾਡੇ ਕੋਲ ਹੈਗੀ। ਠੀਕ ਹੈ ਜੀ। ਹੁਣ ਬਜਟ ਦੀ ਤੁਸੀਂ ਗੱਲ ਕੀਤੀ ਜਾਂ ਕਿੰਨਵੇਂ ਜਗ੍ਹਾ ਦੀ ਗੱਲ ਕੀਤੀ, ਕਿੰਨਵੇਂ ਨੰਬਰ ਦੀ ਗੱਲ, ਭਾਰਤ ਦਾ ਨੰਬਰ ਦੁਨੀਆ 'ਚ ਤੀਜਾ ਜੀ। ਤੀਜਾ ਨੰਬਰ ਹੈ ਜਿਹੜਾ ਕੰਟਰੀ ਆਪਦੇ ਬਜਟ ਦਾ ਵੱਡਾ ਹਿੱਸਾ ਜਿਹੜਾ ਵਾ ਉਹ ਹਥਿਆਰਾਂ ਦੇ ਖਰਚਦਾ। ਔਰ ਦੁਨੀਆ 'ਚ ਦੂਜਾ ਨੰਬਰ ਆ ਸਭ ਤੋਂ ਵੱਧ ਪਿਛਲੇ ਸਾਲਾਂ ਦੇ ਵਿੱਚ, ਪਿਛਲੇ 4-5 ਸਾਲਾਂ 'ਚ ਸਭ ਤੋਂ ਵੱਧ ਜਿਹੜੇ ਆਰਮਸ ਜਿਹੜੇ ਆ ਉਹ ਪਰਚੇਜ਼ ਕੀਤੇ ਸਾਊਦੀ ਅਰਬ ਤੋਂ ਬਾਅਦ। ਸਾਊਦੀ ਅਰਬ ਕਿਉਂ ਕਰਦਾ ਵਾ ਮੈਨੂੰ ਨਹੀਂ ਪਤਾ, ਉਹਨੂੰ ਕਿਹਦੇ ਤੋਂ ਖਤਰਾ, ਇਦਾਂ ਦੀ ਗੱਲ ਮੇਰੀ ਸਮਝ ਤੋਂ ਬਾਹਰ ਆ। ਪਰ ਭਾਰਤ ਵਾਲੇ ਕਹਿੰਦੇ ਰਹਿੰਦੇ ਸਾਨੂੰ ਖਤਰਾ ਜੀ। ਖਤਰਾ ਕਿਹਦੇ ਤੋਂ ਆ? ਉਹ ਕਦੀ ਪਾਕਿਸਤਾਨ ਦਾ ਨਾਂ ਲੈਂਦੇ ਆ, ਕਦੀ ਚਾਈਨਾ ਦਾ ਨਾਂ ਲੈਂਦੇ ਆ। ਮੇਰਾ ਹੋਰ ਤਾਂ ਸ਼ਾਇਦ ਕਦੀ ਕਿਸੇ ਦਾ ਲਿਆ ਨਹੀਂ। ਨਿੱਕੇ ਮੋਟੇ ਨੂੰ ਸਮਝਦੇ ਕੁਛ ਨੇ। ਵੱਡਿਆਂ ਨੇ ਜਿਹੜੇ ਹੁਣ ਜੇ ਅਮਰੀਕਾ ਨਾਲ ਯਾਰੀ ਹੈਗੀ ਆ, ਚਾਈਨਾ ਨਾਲ ਵੀ ਕੋਈ ਮਾੜੇ ਸੰਬੰਧ ਨਹੀਂ ਹੈਗੇ, ਪਰ ਫਿਰ ਵੀ ਚਾਈਨਾ ਦੇ ਪਾਕਿਸਤਾਨ ਦਾ ਨਾਂ ਲੈਂਦੇ ਰਹਿੰਦੇ ਆ। ਉਹ ਨਾਂ ਲੈ ਕੇ ਜਿਹੜੇ ਆ ਕਦੀ ਫਰਾਂਸ ਤੋਂ, ਕਦੀ ਅਮਰੀਕਾ ਤੋਂ, ਕਦੀ ਕਿਸੇ ਹੋਰ ਕੰਟਰੀ ਤੋਂ ਹਥਿਆਰਾਂ ਦੀ ਪਰਚੇਜ਼ ਜਿਹੜੀ ਆ ਇਜ਼ਰਾਈਲ ਵਗੈਰਾ ਤੋਂ ਕਰਦੇ ਰਹਿੰਦੇ ਹੈਗੇ। ਮੈਨੂੰ ਲੱਗਦਾ ਕਿ ਇਹ ਹਥਿਆਰ ਸ਼ਾਇਦ ਖਰੀਦਣ ਦੀ ਲੋੜ ਨਾ ਪਵੇ ਜੇ ਸਰਕਾਰਾਂ ਜਿਹੜੀਆਂ ਇਮਾਨਦਾਰੀ ਨਾਲ ਕੰਮ ਕਰਦੀਆਂ ਹੋਣ, ਲੋਕਾਂ ਦੇ ਹੱਕ ਦੀ ਗੱਲ ਕਰਦੀਆਂ ਹੋਣ। ਠੀਕ ਹੈ ਜੀ। ਇਹਨਾਂ ਨੇ ਕਦੀ ਲੋਕਾਂ ਦੇ ਹੱਕ ਦੀ ਗੱਲ ਕਰਨ ਦਾ ਮਤਲਬ ਇੱਦਾਂ ਦਾ ਮਨ 'ਚ ਕਦੀ ਆਇਆ ਨਹੀਂ। ਸਹੁੰ ਖਾਧੀ ਹੈ ਵੀ ਲੋਕਾਂ ਦਾ ਭਲਾ ਕਰਨਾ ਨਹੀਂ ਹੈਗਾ। ਦੂਜਿਆਂ ਦੇਸ਼ਾਂ ਦੇ ਨਾਲ ਅਜਿਹੇ ਸਮਝੌਤੇ ਕਰਨੇ ਆ ਜਿਹਦੇ ਵਿੱਚ ਅਰਬਾਂ ਖਰਬਾਂ ਰੁਪਈਆ ਜਿਹੜਾ ਵਾ ਉਹ ਫੂਕ ਦਿੱਤਾ ਜਾਂਦਾ ਵਾ। ਕਈ ਹਥਿਆਰ ਇੱਦਾਂ ਦੇ ਖਰੀਦ ਲਏ ਜਾਂਦੇ ਆ ਜਿਨ੍ਹਾਂ ਦੀ ਵਰਤੋਂ ਹੁੰਦੀ ਨਹੀਂ, ਜਿਨ੍ਹਾਂ ਦੀ ਵਰਤੋਂ ਬਹੁਤ ਸਮੇਂ ਬਾਅਦ ਕਦੀ ਕਿਤੇ ਇਹੋ ਜਿਹੀ ਘਟਨਾ ਵਾਪਰ ਗਈ ਤੇ ਹੋਊਗੀ। ਜਿਵੇਂ ਬਫਰਸ ਦੀ ਗੱਲ, ਬਫਰਸ ਤੋਪਾਂ ਦੀ ਗੱਲ ਆ। ਬਫਰਸ ਤੋਪਾਂ ਦਾ ਜਦੋਂ ਖਰੀਦੀ ਉਦੋਂ ਰਾਜੀਵ ਗਾਂਧੀ ਦੀ ਸਰਕਾਰ ਸੀਗੀ, ਬੜਾ ਰੌਲਾ ਪਿਆ ਜੀ ਕਿ ਇੱਥੇ ਨਜਾਇਜ਼ ਪੈਸੇ ਖਰਚੇ ਗਏ, ਲੱਗ ਵੀ ਰਿਹਾ ਸੀਗਾ। ਪਰ ਪਾਕਿਸਤਾਨ ਦੇ ਨਾਲ ਜਦੋਂ ਕਾਰਗਿਲ ਦੀ ਜੰਗ ਲੜੀ ਆ ਉਦੋਂ ਪਹਿਲੀ ਵਾਰੀ ਉਹ ਬੋਫਰਸ ਤੋਪਾਂ ਦੀ ਵਰਤੋਂ ਕੀਤੀ ਗਈ। ਹੈਰਾਨੀ ਵਾਲੀ ਗੱਲ ਹੈ ਕਿ ਤੋਪਾਂ ਲਿਆ ਕੇ ਰੱਖ ਲਈਆਂ ਤੇ ਉਹਦੇ 'ਚ ਬਰੂਦ ਜਿਹੜਾ ਪਾਉਣਾ ਸੀ ਉਹ ਹੈ ਹੀ ਨਹੀਂ ਸੀ। ਜਿਸ ਬਰੂਦ ਨਾਲ ਤੋਪ ਚੱਲਣੀ ਸੀ ਉਹ ਬਰੂਦ ਹੀ ਹੈ ਨਹੀਂ ਸੀ, ਗੋਲਾ ਹੀ ਹੈ ਨਹੀਂ ਸੀ, ਤੋਪਾਂ ਲਿਆ ਕੇ ਖੜੀਆਂ ਕਰ ਲਈਆਂ। ਇਹਦਾ ਮਤਲਬ ਉਹ ਸਮਝੌਤਾ ਜਿਹੜਾ ਸੀਗਾ ਉਹ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਗਿਆ ਸੀਗਾ ਜਾਂ ਆਪਦੇ ਫਾਇਦੇ ਲਈ ਕੀਤਾ ਗਿਆ ਸੀ। ਇੰਝ ਹੀ ਰਫੇਲ ਜਹਾਜ਼ਾਂ ਦੇ ਨਾਲ ਸੌਦੇ ਦੀ ਗੱਲ ਆ। ਇਹ ਰਫੇਲ ਜਹਾਜ਼ਾਂ ਦਾ ਸੌਦਾ ਜਿਹੜਾ ਹੋਇਆ ਸੀ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਇਆ ਸੀ, ਪਰ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਨਰਿੰਦਰ ਮੋਦੀ ਦੀ ਸਰਕਾਰ ਵੇਲੇ ਹੋਈ ਹੈ। ਉਹਦੇ ਵਿੱਚ ਕਿੰਨੀ ਕੀਮਤ ਵੱਧ ਗਈ ਇਹ ਜਦੋਂ ਅੰਕੜੇ ਸਾਹਮਣੇ ਆਏ ਲੋਕਾਂ ਦੇ ਤੇ ਲੋਕੀ ਹੈਰਾਨ ਰਹਿ ਗਏ ਕਿ ਇਹਦੇ ਵਿੱਚੋਂ ਖਾ ਪੀ ਕੌਣ ਗਿਆ। ਸੋ ਮਤਲਬ ਇਹ ਸਾਰਾ ਜਿਹੜਾ ਖਾਣ ਪੀਣ ਦਾ ਸਾਧਨ ਆ ਇਹਦੇ 'ਚ ਦੇਸ਼ ਦਾ ਕੁਛ ਨਹੀਂ ਸਮਰਦਾ। ਨਾ ਪਾਕਿਸਤਾਨ ਦਾ ਇੰਡੀਆ ਨੇ ਕੁਛ ਵਿਗਾੜ ਸਕਣਾ, ਨਾ ਪਾਕਿਸਤਾਨ ਨੇ ਇੰਡੀਆ ਦਾ ਕੁਛ ਵਿਗਾੜ ਸਕਣਾ, ਨਾ ਚਾਈਨਾ ਨਾਲ ਲੜਾਈ ਲੱਗਣੀ ਆ। ਚਾਈਨਾ ਵਾਲੇ ਵੀ ਨਹੀਂ ਲੜਨਾ ਚਾਹੁੰਦੇ, ਭਾਰਤ ਵਾਲੇ ਵੀ ਨਹੀਂ ਲੜਨਾ ਚਾਹੁੰਦੇ। ਹਥਿਆਰਾਂ ਦਾ ਜਿਹੜਾ ਇਹ ਸਿਲਸਿਲਾ ਵਾ, ਖਰੀਦੋ ਫਰੋਖਤ ਹੈ, ਵਪਾਰ ਹੈ, ਧੰਦਾ, ਇਹ ਫਿਰ ਵੀ ਚੱਲਦਾ ਰਹਿਣਾ ਜੀ। ਖਬਰਾਂ ਸਾਡੇ ਕੋਲੇ ਹੋਰ ਵੀ ਬਹੁਤ ਆ, ਪਰ ਸਮੇਂ ਦੀ ਘਾਟ ਕਰਕੇ ਅਸੀਂ ਦਰਸ਼ਕਾਂ ਨਾਲ ਹੋਰ ਸਾਂਝ ਨਹੀਂ ਪਾ ਸਕਦੇ। ਆਖਰੀ ਸਵਾਲ ਆ ਜੀ, ਜਾਂਦੇ ਜਾਂਦੇ ਕਲੀਅਰ ਕਰ ਦਿਓ ਕਿ ਅਮਰੀਕਾ ਦੇ ਵਿੱਚ ਬਘਿਆੜਾਂ ਨੂੰ ਮਾਰਨ ਦੇ ਹੁਕਮ ਦਿੱਤੇ ਗਏ ਸੀ, ਉਸ ਦਾ ਵਿਰੋਧ ਚੱਲ ਰਿਹਾ, ਕੀ ਕਾਰਨ ਆ ਜੀ, ਕਿਸ ਲਈ ਚੱਲ ਰਿਹਾ? ਅਮਰੀਕਾ ਦੇ ਵਿੱਚ ਇੱਕ ਸੂਬਾ ਜੀ, ਮੈਨੂੰ ਉਹਦਾ ਨਾਂ ਹਿਊਗ ਸ਼ਾਇਦ ਨਾਂ, ਮੈਨੂੰ ਪੂਰਾ ਨਹੀਂ ਮੈਨੂੰ ਯਾਦ ਜੀ। ਉੱਥੇ ਇਹ ਫੈਸਲਾ ਕੀਤਾ ਗਿਆ ਕਿ ਜਿੰਨੇ ਬਘਿਆੜ ਆ, ਹਾਂਜੀ, ਇਹ ਜਾਨਵਰ ਹੈ, ਬੜਾ ਖੂੰਖਾਰ ਵੀ ਹੁੰਦਾ ਤੇ ਇਹਦੀ ਜਿਹੜੀ 90% ਹੈਗੇ ਆ ਬਘਿਆੜਾਂ ਦੀ ਗਿਣਤੀ, ਉਹਨਾਂ ਨੂੰ ਮਾਰਨ ਵਾਸਤੇ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਦਿੱਤਾ ਗਿਆ ਜੀ। ਠੀਕ ਹੈ ਜੀ। 1500 ਦੀ ਸਾਰੀ ਹੈਗੀ ਜੀ ਗਿਣਤੀ ਤੇ ਉਹ ਕਹਿੰਦੇ 150 ਰੱਖਣਾ, ਬਾਕੀ ਮਾਰ ਦੇਣਾ। ਹੋ ਸਕਦਾ ਬਘਿਆੜ ਨੁਕਸਾਨ ਕਰਦੇ ਹੋਣ,
ਠੀਕ ਹੈ। ਮੈਂ ਨਹੀਂ ਕਹਿੰਦਾ ਨੁਕਸਾਨ ਹੋ ਸਕਦਾ ਕਰਦੇ ਹੋ, ਪਰ ਜਾਨਵਰਾਂ ਪ੍ਰਤੀ ਇਸ ਤਰੀਕੇ ਦੀ ਜਿਹੜੀ ਕਰੂਅਲ ਪਾਲਿਸੀ ਹੈ ਇਹਦਾ ਆਮ ਲੋਕੀ ਵਿਰੋਧ ਕਰਦੇ ਹੁੰਦੇ ਆ। ਤੁਹਾਨੂੰ ਯਾਦ ਹੋਏਗਾ ਆਸਟ੍ਰੇਲੀਆ ਦੇ ਵਿੱਚ ਇੱਕ ਵਾਰੀ ਫੈਸਲਾ ਹੋ ਗਿਆ ਸੀਗਾ ਕਿ ਉੱਥੇ ਪਾਣੀ ਦੀ ਘਾਟ ਹੋ ਗਈ। ਆਸਟ੍ਰੇਲੀਆ ਦਾ ਬਹੁਤਾ ਹਿੱਸਾ ਜਿਹੜਾ ਸੀਗਾ ਉਹ ਪਾਣੀ ਤੋਂ ਵਾਂਝਾ ਹੋ ਗਿਆ। ਉਹਨਾਂ ਨੇ ਊਠਾਂ ਨੂੰ, ਲੱਖਾਂ ਊਠਾਂ ਨੂੰ ਮਾਰ ਦੇਣ ਦਾ ਫੈਸਲਾ ਕੀਤਾ। ਦੁਨੀਆ ਨੇ ਉਦੋਂ ਵੀ ਇਹਦਾ ਵਿਰੋਧ ਕੀਤਾ ਸੀ। ਠੀਕ ਹੈ ਜੀ, ਊਠ ਜਿਹੜੇ ਆ ਉਹ ਖੂੰਖਾਰ ਤਾਂ ਹੁੰਦੇ ਨਹੀਂ। ਊਠਾਂ ਤੇ ਤੁਸੀਂ ਦੇਖੋ ਵੀ ਆਪਣੇ ਇੰਡੀਆ ਦੇ ਵਿੱਚ ਕਿੰਨਾ, ਰਾਜਸਥਾਨ 'ਚ ਊਠਾਂ ਨੂੰ ਜਹਾਜ਼ ਦੇ ਤੌਰ ਤੇ ਕਿਹਾ ਜਾਂਦਾ ਕਿ ਰੇਗਿਸਤਾਨ ਦਾ ਜਹਾਜ਼ ਹੈ। ਪਰ ਜਾਨਵਰ ਤਾਂ ਜਾਨਵਰ ਹੀ ਹੈ ਨਾ। ਜੇ ਮਨੁੱਖ ਦੀ ਇੰਪੋਰਟੈਂਸ ਹੈ ਤਾਂ ਜਾਨਵਰ ਦੀ ਵੀ ਉਨੀ ਇੰਪੋਰਟੈਂਸ ਹੈ। ਜਦੋਂ ਜਾਨਵਰ ਘਟਣੇ ਸ਼ੁਰੂ ਹੁੰਦੇ ਆ ਤਾਂ ਸਾਨੂੰ ਚਿੰਤਾ ਤਾਂ ਹੁੰਦੀ ਹੈ। ਹਾਂ, ਜੇ ਕੋਈ ਖੂੰਖਾਰ ਹੈਗੇ ਆ, ਹੋ ਗਏ, ਤੇ ਇਹਦੇ ਬਾਰੇ ਵਿਗਿਆਨੀ ਰਿਸਰਚ ਕਰ ਸਕਦੇ ਕਿਉਂ ਹੋਏ ਆ, ਜੇ ਇਹਨਾਂ ਨੂੰ ਕਿਵੇਂ ਇਹ ਲੋਕਾਂ ਤੇ ਹਮਲਿਆਂ ਕਰਨ ਤੋਂ ਰੋਕਿਆ ਜਾ ਸਕਦਾ, ਕਿਵੇਂ ਉਹਨਾਂ ਨੂੰ ਜੰਗਲਾਂ ਵਿੱਚ ਹੀ ਰੱਖਿਆ ਜਾ ਸਕਦਾ, ਕਿਵੇਂ ਉਹਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕਦਾ। ਇੱਧਰਲੇ ਪਾਸੇ ਨੂੰ ਸੋਚਣਾ ਚਾਹੀਦਾ। ਉਹਨਾਂ ਨੂੰ ਇੱਕ ਵੱਡਿਓਂ ਮਾਰ ਦੇਣਾ, 1500 ਵਿੱਚੋਂ ਸਿਰਫ 150 ਰੱਖਣਾ, ਬਾਕੀ ਸਾਰਾ ਮਾਰ ਦੇਣਾ, ਉਹ ਵੀ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਦਿੱਤਾ ਗਿਆ ਕਿ ਆਪਣੀਆਂ ਬੰਦੂਕਾਂ ਸਿੱਧੀਆਂ ਕਰ ਲਓ, ਤੁਸੀਂ ਮਾਰ ਕੇ ਘਰ ਨੂੰ ਆਉਣਾ। ਇੱਦਾਂ ਦਾ ਕਿਸੇ ਦੀ ਵੀ ਜਾਤੀ ਨੂੰ, ਕਿਸੇ ਵੀ ਮਨੁੱਖੀ ਜਾਤੀ ਹੈ ਤੇ ਭਾਵੇਂ ਜਾਨਵਰ ਜਾਤੀ ਹੈ, ਉਹਨੂੰ ਮਾਰਨ ਦਾ ਵਿਰੋਧ ਕਰਨਾ ਚਾਹੀਦਾ। ਮੈਂ ਵੀ ਕਰਦਾ। ਜਿਹੜੇ ਲੋਕ ਅਮਰੀਕਾ ਦੇ ਕਰਦੇ ਉਹ ਚੰਗਾ ਕਰਦੇ ਆ। ਸਰਕਾਰ ਨੂੰ ਉੱਥੇ ਦੀ ਨੂੰ ਸੋਚਣਾ ਚਾਹੀਦਾ ਕਿ ਇਹ ਸਾਡਾ ਫੈਸਲਾ ਜਿਹੜਾ ਉਹ ਜੇ 150 ਬਚੂਗਾ ਤਾਂ ਉਹ ਵੀ 150 1500 ਹੋ ਹੀ ਜਾਣਾ। ਅੱਜ ਨਹੀਂ ਹੋਊ, 10 ਸਾਲਾਂ 'ਚ ਹੋ ਜੂ, ਫਿਰ ਕੀ ਕਰਨਗੇ, ਫਿਰ ਹੋਰ ਮਾਰ ਦੇਣਗੇ। ਇਹ ਤਰੀਕਾ ਠੀਕ ਨਹੀਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਏ, ਆਪਣਾ ਟਾਈਮ ਸਾਨੂੰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੇਕਰ ਤੁਸੀਂ, ਤੁਹਾਡੇ ਕੋਈ ਤੌਖਲੇ ਨੇ, ਤੁਹਾਡੇ ਕੋਈ ਸਵਾਲ ਨੇ, ਉਹ ਤੁਸੀਂ ਸਾਨੂੰ ਕਮੈਂਟਾਂ ਦੇ ਰੂਪ ਦੇ ਵਿੱਚ ਭੇਜ ਸਕਦੇ ਹੋ। ਅਸੀਂ ਉਸ ਦੇ ਜਿਹੜੇ ਜਵਾਬ ਆ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼। ਸਤਿ ਸ਼੍ਰੀ ਅਕਾਲ।